ਜੈ ਭੀਮ ਜੈ ਭਾਰਤ। ਭਾਰਤ ਰਤਨ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੰਵਿਧਾਨ ਕੀ ਬਾਤ ਦੇ ਵਿੱਚ। ਅਤੇ ਸਾਥੀਓ, ਅੱਜ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਉਹਨਾਂ ਨੂੰ ਤਾਰੀਫ ਦੇ ਮੁਹਤਾਜ ਨਹੀਂ ਹਨ। ਉਹਨਾਂ ਨੇ ਸਮਾਜ ਦੇ ਵਿੱਚ, ਬਹੁਜਨ ਸਮਾਜ ਦੇ ਵਿੱਚ ਬੜੀ ਤਨਦੇਹੀ ਦੇ ਨਾਲ ਕੰਮ ਕੀਤਾ ਔਰ ਅੱਜ ਵੀ ਸਮਾਜ ਦੇ ਨਾਲ ਉਹ ਲੱਗੇ ਹੋਏ ਨੇ ਅਤੇ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਔਰ ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੋੜ ਰਹੇ ਹਨ। ਸਾਡੇ ਨਾਲ ਅੱਜ ਮੌਜੂਦ ਨੇ ਮਾਨਯੋਗ ਜਸਵੰਤ ਰਾਏ ਜੀ। ਸੋ ਸਾਥੀਓ, ਅੱਜ ਸਾਡੇ ਨਾਲ ਜਸਵੰਤ ਰਾਏ ਜੀ ਮੌਜੂਦ ਹਨ ਅਤੇ ਉਹਨਾਂ ਕੋਲੋਂ ਜਾਣਾਂਗੇ ਵੀ ਰਿਜ਼ਰਵੇਸ਼ਨ, ਅੱਜ ਦਾ ਜਿਹੜਾ ਮੁੱਦਾ ਹੈ ਆਪਣਾ ਰਿਜ਼ਰਵੇਸ਼ਨ ਰਾਖਵਾਂਕਰਨ, ਆਰਕਸ਼ਣ ਦੇ ਰੂਪ ਨਾਲ ਜਿਸ ਨੂੰ ਅਸੀਂ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਸਾਡੇ ਸਮਾਜ ਦੇ ਲਈ ਲਾਭਕਾਰੀ ਹੈ। ਔਰ ਅੱਜ ਜੋ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਅਨਸਰਾਂ ਦੁਆਰਾ ਟਿੱਪਣੀਆਂ ਆ ਰਹੀਆਂ ਨੇ ਰਿਜ਼ਰਵੇਸ਼ਨ ਦੇ ਉੱਤੇ, ਜਾਂ ਕਹਿ ਰਹੀਏ ਸਾਡੀਆਂ ਸੰਵਿਧਾਨਕ ਸੰਸਥਾਵਾਂ ਜੋ ਹੈਗੀਆਂ ਆ ਉਹਨਾਂ ਦੁਆਰਾ ਵੀ ਜੋ ਟਿੱਪਣੀਆਂ ਹੋ ਰਹੀਆਂ ਆ, ਇਹ ਕਿਉਂ ਹੋ ਰਹੀਆਂ ਆ, ਉਹ ਸਾਡੇ ਰਿਜ਼ਰਵੇਸ਼ਨ ਨੂੰ ਕਿੰਝ ਲਾਗੂ ਕਰਵਾਇਆ ਜਾ ਸਕਦਾ ਔਰ ਕਿੰਝ ਬਚਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਸਭ ਤੋਂ ਪਹਿਲਾਂ ਅੰਬੇਦਕਰ ਟੀਮ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ, ਅਤੇ ਮੈਂ ਅੱਜ ਦੇ ਇਸ ਐਪੀਸੋਡ ਨੂੰ ਦੇਖ ਰਹੇ ਸਾਰੇ ਸਾਥੀਆਂ ਦਾ ਜੈ ਭੀਮ ਜੈ ਭਾਰਤ ਆਖਦਾ ਹੋਇਆ ਵੈਲਕਮ ਕਰਦਾ, ਤਾਂ ਕਿ ਅਸੀਂ ਅੱਜ ਦੀ ਜਿਹੜੀ ਜਾਣਕਾਰੀ ਹੈਗੀ ਆ ਉਹ ਆਪਣੇ ਸਾਥੀਆਂ ਦੇ ਨਾਲ ਸਾਂਝੀ ਕਰ ਸਕੀਏ। ਅਤੇ ਰਾਏ ਸਾਹਿਬ, ਸਭ ਤੋਂ ਪਹਿਲਾਂ ਇਹ ਅਸੀਂ ਦਰਸ਼ਕ ਜਾਣਨਾ ਚਾਹੁੰਦੇ ਆ ਕਿ ਤੁਸੀਂ ਆਪਣੇ ਬਾਰੇ ਇੱਕ ਛੋਟੀ ਜਿਹੀ ਜਾਣਕਾਰੀ ਜ਼ਰੂਰ ਦੇਵੋ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੇ ਇਹ ਜੀਵਨ ਦੀ ਸ਼ੁਰੂਆਤ ਹੋਈ, ਕਿਸ ਤਰ੍ਹਾਂ ਤੁਸੀਂ ਮਿਸ਼ਨ ਦੇ ਨਾਲ ਲੱਗੇ ਔਰ ਕਿਸ ਤਰ੍ਹਾਂ ਅੱਜ ਤੁਸੀਂ ਕੰਮ ਕਿਸ ਬਿਹਾਫ ਦੇ ਉੱਤੇ ਕਰ ਰਹੇ ਹੋ। ਸੋ ਜਿੱਥੋਂ ਤੱਕ ਮਿਸ਼ਨ ਦੇ ਨਾਲ ਚੱਲਣ ਦੀ ਗੱਲ ਹੈ, ਮਿਸ਼ਨ ਦੇ ਨਾਲ ਜਦੋਂ ਅਸੀਂ ਹਜੇ ਕਾਲਜ ਦੇ ਵਿੱਚ ਹੀ ਸੀਗੇ ਅਤੇ ਉਸ ਵੇਲੇ ਜਿਹੜੀ ਬਹੁਜਨ ਮੂਵਮੈਂਟ ਦਾ ਉਭਾਰ ਹੈ ਹਜੇ ਸ਼ੁਰੂ ਹੋਇਆ ਸੀ, ਅਤੇ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ, ਉਹਨਾਂ ਤੋਂ ਪਹਿਲਾਂ ਅਸੀਂ ਬਾਬਾ ਸਾਹਿਬ ਦੇ ਬਾਰੇ 'ਚ ਕੁਛ ਨਹੀਂ ਸੀ ਜਾਣਦੇ, ਪਰ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਉਹਨਾਂ ਨੇ ਘਰ ਘਰ ਹੋਕਾ ਦੇ ਕੇ ਜਿਹੜੀ ਮੂਵਮੈਂਟ ਚਲਾਈ, ਉਸ ਮੂਵਮੈਂਟ ਦੇ ਵਿੱਚ ਅਸੀਂ ਆਪਣੇ ਕਾਲਜ ਸਮੇਂ ਦੇ ਅੰਦਰ ਹੀ ਉਹਨਾਂ ਦੇ ਨਾਲ ਜੁੜੇ, ਔਰ ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਇਹ ਲਗਭਗ 79-80 ਦਾ ਸਮਾਂ ਹੈ ਜਦੋਂ ਤੋਂ ਅਸੀਂ ਇਸ ਜਿਹੜੀ ਮੂਵਮੈਂਟ ਹੈ ਉਹਦੇ ਨਾਲ ਚੱਲਦੇ ਹੋਏ ਜਿੱਦਾਂ ਅੱਗੇ ਵੱਧਦੇ ਗਏ, ਸਮਾਂ ਬੀਤਦਾ ਗਿਆ, ਇਸ ਮੂਵਮੈਂਟ ਦੇ ਨਾਲ ਜਾਣਕਾਰੀ ਪ੍ਰਾਪਤ ਕਰਦੇ ਹੋਏ ਹੋਰ ਅੱਗੇ ਚੱਲਦੇ ਗਏ ਅਤੇ ਹੋਰ ਅਸੀਂ ਜਿਹੜੀ ਜਾਣਕਾਰੀ ਹੈ ਉਹ ਹਾਸਲ ਹੁੰਦੀ ਗਈ। ਸੋ ਇੱਦਾਂ ਹੀ ਸਾਥੀਆਂ ਦੇ ਨਾਲ ਵਿਚਾਰ ਚਰਚਾ ਦੇ ਅੰਦਰ ਚੱਲਦੇ ਅੱਜ ਇਸ ਸੰਸਥਾਵਾਂ ਦੇ ਨਾਲ ਚੱਲਦੇ ਹਾਂ, ਜਿੱਥੇ ਅਸੀਂ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰਸਟ ਦੇ ਮਾਧਿਅਮ ਤੋਂ ਮੇਰੇ ਕੋਲ ਉਹਦੀ ਜ਼ਿੰਮੇਵਾਰੀ ਬਤੌਰ ਜਨਰਲ ਸੈਕਟਰੀ ਵੀ ਹੈ, ਅਤੇ ਸਾਡੇ 2 ਸਕੂਲ ਉਸੇ ਮਾਧਿਅਮ ਤੋਂ, ਇੱਕ 10+2 ਤੱਕ ਜਲੰਧਰ ਦੇ ਵਿੱਚ ਫੂਲਪੁਰ ਧਨਾਲ 'ਚ ਚੱਲਦਾ ਹੈ, ਔਰ ਦੂਸਰਾ ਸਕੂਲ ਸਾਡਾ ਮਹਾਰਾਸ਼ਟਰਾ 'ਚ ਵਰਧਾ ਡਿਸਟ੍ਰਿਕਟ ਦੇ ਵਿੱਚ ਚੱਲਦਾ ਹੈ। ਸੋ ਇਸੇ ਤਰ੍ਹਾਂ ਅਨੇਕਾਂ ਸੰਸਥਾਵਾਂ ਦੇ ਨਾਲ ਚੱਲਦੇ ਹੋਏ ਪਿੱਛੇ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ ਸੀ ਕਿ ਜਿਹੜੇ ਨਵੇਂ ਸਾਡੇ ਬੱਚੇ ਆਉਣ ਵਾਲੇ, ਨਵੀਆਂ ਪੀੜ੍ਹੀਆਂ ਹੈ, ਉਹਨਾਂ ਨੂੰ ਵੀ ਇਸ ਜਿਹੜੀ ਮੂਵਮੈਂਟ ਹੈ ਉਹਦੇ ਨਾਲ ਜੁੜਨ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ, ਬਾਕੀ ਬਹੁਤ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਗੁਲਾਮ ਵਿਵਸਥਾ ਖਿਲਾਫ ਮਹਾਂ ਸੰਗਰਾਮ ਜੈ ਭਾਰਤ ਇੱਕ ਬੁੱਕ ਐਡਿਟ ਕਰਕੇ ਅਤੇ ਲਗਭਗ 10,000 ਬੱਚਿਆਂ ਨੂੰ ਉਹਦੇ ਨਾਲ ਜੋੜ ਕੇ ਅਤੇ ਉਹ ਟੈਸਟ ਕਰਵਾਇਆ ਗਿਆ ਸੀ, ਅਤੇ ਉਹਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਅੰਦਰ ਬੱਚੇ ਜਿਹੜੇ ਹੈਗੇ ਆ ਔਰ ਸਾਡੇ ਸਾਥੀ ਜਿਹੜੇ ਆ ਇਸ ਮੂਵਮੈਂਟ ਦੇ ਨਾਲ ਅੱਗੇ ਚੱਲ ਰਹੇ ਜੀ। ਅਤੇ ਰਾਏ ਸਾਹਿਬ, ਇਹ ਕੰਸੈਪਟ ਬਹੁਜਨ ਕੰਸੈਪਟ ਬਹੁਤ ਵੱਡਾ ਆ ਜੀ, ਵਾਈਲਡ ਕੰਸੈਪਟ ਆ। ਅਸੀਂ ਅੱਜ ਉਹਦੇ ਵਿੱਚੋਂ ਇੱਕ ਪੱਖ ਚੁਣਿਆ ਹੈ ਰਿਜ਼ਰਵੇਸ਼ਨ ਰਾਖਵਾਂਕਰਨ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਰਾਖਵਾਂਕਰਨ ਆਖਰ ਹੈ ਕੀ ਹੈ ਜਿਹੜਾ ਵੀ ਇੰਨਾ ਕੰਟਰੋਵਰਸ਼ੀਅਲ ਇਸ਼ੂ ਬਣਿਆ ਪਿਆ ਆ, ਰਾਜਨੀਤਿਕ ਮੁੱਦਾ ਬਣਿਆ ਪਿਆ, ਸਮਾਜਿਕ ਮੁੱਦਾ ਤਾਂ ਹੈ ਹੀ, ਇੰਨਾ ਰਾਜਨੀਤਿਕ ਮੁੱਦਾ, ਹਰ ਇੱਕ ਪਾਰਟੀ ਇਸ ਨੂੰ ਕਵਰ ਕਰਨਾ ਚਾਹੁੰਦੀ ਆ। ਵਾਟ ਇਜ਼ ਰਿਜ਼ਰਵੇਸ਼ਨ? ਨਵਦੀਪ ਜੀ, ਤੁਹਾਡਾ ਬਹੁਤ ਅੱਛਾ ਸਵਾਲ ਹੈ। ਸੋ ਇਹ ਦੁਨੀਆ ਦੇ ਕੋਈ ਵੀ ਜਿਹੜੇ ਦੇਸ਼ ਹੈ, ਬਾਬਾ ਸਾਹਿਬ ਨੇ ਬਹੁਤ ਇਹਦੇ 'ਤੇ ਬਹੁਤ ਅੱਛੀ ਗੱਲ ਕਹੀ ਹੈ ਕਿ ਦੁਨੀਆ ਦੇ ਪੂਰੇ ਦੇਸ਼ਾਂ ਦੇ ਅੰਦਰ ਜਿਹੜੇ ਲੋਕ ਉੱਥੋਂ ਦੇ ਰਾਜ ਭਾਗ ਦੇ ਉੱਪਰ ਕਾਬਜ਼ ਹੁੰਦੇ ਆ ਅਤੇ ਇੱਕ ਲੋਕ ਜਿਹੜੇ ਹੁੰਦੇ ਆ ਉਹਨਾਂ ਦੁਆਰਾ ਚਲਾਏ ਜਾ ਰਹੇ ਹੁੰਦੇ ਆ, ਉਹ ਦੋਨਾਂ ਦੇ ਵਿਚਕਾਰ ਜਿਹੜਾ ਹੈ ਬਦਲਾਅ ਚੱਲਦਾ ਰਹਿੰਦਾ। ਉਹਨੂੰ ਉੱਥੋਂ ਹਟਾ ਕੇ ਆਪ ਰਾਜ ਕਰਨ ਦੀ ਗੱਲ ਕਰਦਾ, ਅਤੇ ਜਦੋਂ ਦੂਸਰਾ ਰਾਜ ਕਰਨ ਲੱਗ ਪੈਂਦਾ ਫਿਰ ਉਹਨੂੰ ਉਤਾਰਨ ਦੀ ਗੱਲ ਕਰਦਾ। ਸੋ ਪਰ ਇਸ ਦੇਸ਼ ਦੇ ਅੰਦਰ ਇੱਕ ਸਿਸਟਮ ਬਿਲਕੁਲ ਅਲੱਗ ਤਰ੍ਹਾਂ ਦਾ ਚੱਲਿਆ ਹੋਇਆ। ਇੱਥੇ ਇੱਕ ਵਰਗ ਹੈ ਜਿਹੜਾ ਵਰਗ ਸਦੀਆਂ ਤੋਂ ਉਹਨੂੰ ਦਬਾਇਆ ਗਿਆ, ਉਹਦੇ ਵਿਚਕਾਰੋਂ ਸਿਰਫ ਛੋਟਾ ਜਿਹਾ ਸਮਾਂ ਜਿਹੜਾ ਗੌਤਮ ਬੁੱਧਾ ਤੋਂ ਬਾਅਦ ਆਇਆ ਹੈ,
ਉਹ ਜਿਹੜਾ ਗ੍ਰੇਟ ਅਸ਼ੋਕ ਦਾ ਪੀਰੀਅਡ ਹੈ ਜੀ। ਉਸ ਕਾਲ ਨੂੰ ਛੱਡ ਦਈਏ ਤੇ ਬਾਕੀ ਸਾਰਾ ਕਾਲ ਜਿਹੜਾ ਹੈ ਉਹ ਸਾਡਾ ਇਸ ਦੇਸ਼ ਦੇ ਅੰਦਰ ਦਬਾਏ ਜਾਣ ਦਾ ਸਮਾਂ ਹੈ। ਤੇ ਸਾਡੇ ਉੱਪਰ ਇੱਕ ਵਰਗ ਹੈ ਜਿਹੜਾ ਵਰਗ ਵਿਸ਼ੇਸ਼ ਸਮੇਂ ਦੇ ਅਨੁਸਾਰ ਲਗਾਤਾਰ ਕਾਬਜ਼ ਚੱਲਿਆ ਆ ਰਿਹਾ ਹੈ। ਹੁਣ ਉਹ ਕਾਬਜ਼ ਚੱਲਿਆ ਆ ਰਿਹਾ ਹੈ ਤੇ ਅਸੀਂ ਉਹਦੇ ਦਬਾਅ ਥੱਲੇ ਹਜੇ ਤੱਕ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਸਾਡੇ ਬਹੁਤ ਸਾਰੇ ਰਹਿਬਰ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਇਸ ਚੀਜ਼ ਨੂੰ ਭਾਂਫਣ ਤੋਂ ਬਾਅਦ ਇਹ ਲੜਾਈ ਲੜੀ ਹੈ, ਜਿਹਦੇ 'ਚ ਗੌਤਮ ਬੁੱਧਾ ਤੋਂ ਚੱਲਦੇ ਹੋਏ ਸਾਡੇ ਸੰਤ ਮਤ ਦੇ ਅੰਦਰ ਸ਼੍ਰੀ ਰਵਿਦਾਸ ਮਹਾਰਾਜ ਜੀ, ਕਬੀਰ ਸਾਹਿਬ, ਸੰਤ ਸਦਨਾ ਜੀ, ਸੈਨ ਜੀ, ਇਹਨਾਂ ਸਾਰਿਆਂ ਦੀ ਮੂਵਮੈਂਟ ਅੱਗੇ ਵੱਧਦੀ ਹੋਈ ਸਾਡੇ ਜਿਹੜੇ ਰਹਿਬਰ ਹੈ ਜਿਨ੍ਹਾਂ ਨੇ ਆ ਕੇ ਇਸ ਮੂਵਮੈਂਟ ਨੂੰ ਕਿਤਾਬੀ ਤੌਰ ਦੇ ਉੱਤੇ ਜਿਹੜਾ ਲਿਖਤੀ ਤੌਰ 'ਤੇ ਲਿਆਂਦਾ ਉਹ ਹੈ ਫੂਲੇ ਜੀ ਮਹਾਰਾਜ। ਫੂਲੇ ਜੀ ਨੇ ਬਹੁਤ ਵੱਡਾ ਕੰਮ ਕੀਤਾ। ਉਹਨਾਂ ਦੇ ਕੰਮ ਤੋਂ ਬਾਅਦ ਇੱਕ ਵਿੱਦਿਆ ਦਾ ਪਸਾਰ ਸ਼ੁਰੂ ਹੋਇਆ। ਵਿੱਦਿਆ ਦੇ ਪਸਾਰ ਤੋਂ ਬਾਅਦ ਫਿਰ ਸ਼ਾਹੂ ਜੀ ਮਹਾਰਾਜ ਆ ਜਾਂਦੇ ਆ ਤੇ ਸ਼ਾਹੂ ਜੀ ਨੇ ਇਸ ਦੇਸ਼ ਦੇ ਅੰਦਰ ਜਿਹੜੀ ਪਹਿਲੀ ਵਾਰ ਹੈ ਉਹ ਰਿਜ਼ਰਵੇਸ਼ਨ ਵਾਲਾ ਪਾਰਟ ਜਿਹਨੂੰ ਪ੍ਰਤੀਨਿਧਤਾ ਕਿਹਾ ਜਾਂਦਾ, ਉਹ ਹਿੱਸੇਦਾਰੀ ਵਾਲਾ ਪਾਰਟ, ਉੱਥੇ ਰਿਜ਼ਰਵੇਸ਼ਨ ਮਿਲਦੀ ਹੈ। ਸੋ ਉਸ ਰਿਜ਼ਰਵੇਸ਼ਨ ਤੋਂ ਬਾਅਦ ਫਿਰ ਨਾਲ ਦੀ ਨਾਲ ਬਾਬਾ ਸਾਹਿਬ ਦਾ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਇਸ ਸਿਸਟਮ ਨੂੰ ਸਟੱਡੀ ਕਰਕੇ ਦੁਨੀਆ ਦੀ ਬਹੁਤ ਸਾਰੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਿਸਟਮ ਹੈ ਉਹਨਾਂ ਸਾਰਿਆਂ ਨੂੰ ਸਟੱਡੀ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਉਹ ਫਿਰ ਸਾਡੀ ਇਸ ਲੜਾਈ ਨੂੰ ਅੱਗੇ ਲੈ ਕੇ ਚੱਲਦੇ ਆ। ਸੋ ਉਸ ਲੜਾਈ ਨੂੰ ਅੱਗੇ ਲੈ ਕੇ ਚੱਲਦਿਆਂ ਉਹਨਾਂ ਦਾ ਟਕਰਾਵ ਜਿਹੜਾ ਹੈ, ਜਿਹੜਾ ਇਸ ਦੇਸ਼ ਦੇ ਅੰਦਰ ਕਾਬਜ਼ ਸਮਾਜ ਸੀ, ਉਸ ਸਮਾਜ ਦਾ ਜਿਹੜਾ ਪ੍ਰਤੀਨਿਧ ਹੈ ਜਿਹਨੂੰ ਮਹਾਤਮਾ ਗਾਂਧੀ ਦੇ ਨਾਂ ਨਾਲ ਜਾਣਿਆ ਜਾਂਦਾ, ਉਹ ਉਸ ਵੇਲੇ ਤੱਕ ਬਾਬਾ ਸਾਹਿਬ ਤੇ ਗਾਂਧੀ ਇਹ ਆਮਣੇ ਸਾਹਮਣੇ ਆ ਚੁੱਕੇ ਹੁੰਦੇ ਆ। ਤੇ ਬਾਬਾ ਸਾਹਿਬ ਤੇ ਗਾਂਧੀ ਦੇ ਦਰਮਿਆਨ ਜਦੋਂ ਇਹ ਗੱਲਬਾਤ ਜਿਹੜੀ ਬ੍ਰਿਟਿਸ਼ ਸਰਕਾਰ ਹੈ, ਬ੍ਰਿਟਿਸ਼ ਸਰਕਾਰ ਬਾਬਾ ਸਾਹਿਬ ਨੂੰ ਸੁਣਨ ਤੋਂ ਬਾਅਦ ਇੱਕ ਰਾਊਂਡ ਟੇਬਲ ਕਾਨਫਰੰਸ ਦਾ ਇੰਤਜ਼ਾਮ ਕਰਦੀ ਹੈ। ਉਹਦੇ ਤੋਂ ਪਹਿਲਾਂ ਬਾਕਾਇਦਾ ਇੱਕ ਕਮਿਸ਼ਨ ਜਿਹੜਾ ਹੈ ਇਸ ਦੇਸ਼ ਦੇ ਅੰਦਰ ਭੇਜਿਆ ਜਾਂਦਾ। ਉਹ ਸਾਰੀ ਹਾਲਤ ਭਾਫਣ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸਾਂ ਜਿਹੜੀਆਂ ਇੰਗਲੈਂਡ ਦੇ ਅੰਦਰ ਹੁੰਦੀਆਂ, ਉੱਥੇ ਉਸ ਤੋਂ ਬਾਅਦ ਇੱਕ ਕਮਿਊਨਲ ਅਵਾਰਡ ਜਿਹੜਾ ਹੈ ਸਾਡੇ ਹੱਕ ਦੇ ਅੰਦਰ ਜਾਰੀ ਹੁੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਦੇਸ਼ ਦੇ ਅੰਦਰ ਦੋ ਸਮਾਜ ਹੈ। ਇੱਕ ਸਮਾਜ ਜਿਹੜਾ ਸਾਰੇ ਹੱਕਾਂ ਤੋਂ ਵਿਹੂਣਾ ਆ ਤੇ ਇੱਕ ਸਮਾਜ ਜਿਹੜੇ ਕੋਲ ਸਾਰਾ ਕੁਝ ਹੈ। ਜਦੋਂ ਸਾਰਾ ਕੁਝ ਹੈ ਤੇ ਕੁਝ ਵੀ ਨਹੀਂ ਹੈ, ਦੋਨਾਂ ਦੇ ਦਰਮਿਆਨ ਉਹਨਾਂ ਨੂੰ ਪਤਾ ਲੱਗਦਾ ਤੇ ਉਹ ਇੱਕ ਕਮਿਊਨਲ ਅਵਾਰਡ ਜਾਰੀ ਕਰਦੇ ਆ। ਉਸ ਕਮਿਊਨਲ ਅਵਾਰਡ ਦੇ ਵਿਰੋਧ ਦੇ ਵਿੱਚ ਜਿਹੜਾ ਗਾਂਧੀ ਹੈ ਉਹ ਜਰਬਦਾ ਜੇਲ੍ਹ ਦੇ ਅੰਦਰ ਆਪਣਾ ਮਰਨ ਵਰਤ ਰੱਖ ਲੈਂਦਾ ਔਰ ਉਸ ਮਰਨ ਵਰਤ ਤੋਂ ਬਾਅਦ ਚਲਦੇ ਚਲਦੇ ਸਥਿਤੀ ਇੱਦਾਂ ਦੀ ਬਣਦੀ ਹੈ ਕਿ ਗਾਂਧੀ ਔਰ ਡਾਕਟਰ ਅੰਬੇਦਕਰ ਸਾਹਿਬ ਦੇ ਦਰਮਿਆਨ ਇੱਕ ਜਿਹੜਾ ਪੈਕਟ ਹੈ ਉਹ ਸਾਈਨ ਹੁੰਦਾ, ਜਿਹਨੂੰ ਪੂਨਾ ਪੈਕਟ ਕਿਹਾ ਜਾਂਦਾ। ਔਰ ਉਸ ਪੂਨਾ ਪੈਕਟ ਦੇ ਵਿੱਚੋਂ ਸਾਡੇ ਲਈ ਸਾਡੀ ਹਿੱਸੇਦਾਰੀ ਦਾ ਜਿਹੜਾ ਇੰਤਜ਼ਾਮ ਨਿਕਲਦਾ ਹੈ, ਜਦੋਂ ਕਿ ਉੱਥੇ ਸਾਡਾ ਜਿਹੜਾ ਕਮਿਊਨਲ ਅਵਾਰਡ ਹੈ, ਜਿਹੜੀਆਂ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਸੀ, ਉਹ ਸਾਡੇ ਕੋਲੋਂ ਖੋਹ ਲਿਆ ਜਾਂਦਾ ਤੇ ਇੱਕ ਸਿਰਫ ਰਿਜ਼ਰਵੇਸ਼ਨ ਤੇ ਕੁਝ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਆ ਉਹ ਮਿਲਦੀ ਹੈ ਜੀ। ਸੇ ਇਹ ਇੱਕ ਪੱਖ ਹੈ ਇਹਦਾ। ਸੋ ਜਿਹੜਾ ਦੂਸਰਾ ਪੱਖ ਹੈ, ਉਹ ਦੂਸਰਾ ਪੱਖ ਹੁਣ ਸ਼ੁਰੂ ਹੁੰਦਾ ਕਿ ਜਦੋਂ ਇੱਥੋਂ ਅੱਗੇ ਚੱਲ ਕੇ ਫਿਰ ਸਾਡੇ ਜਿਹੜੇ ਖੋਏ ਹੋਏ ਅਧਿਕਾਰ ਹੈ, ਜਿਹਦੇ 'ਚ ਸਾਨੂੰ ਨਾ ਤੇ ਪੜ੍ਹਨ ਦਾ ਅਧਿਕਾਰ ਹੈ ਨੰਬਰ 1, ਨਾ ਹੀ ਸਾਨੂੰ ਸੰਪਤੀ ਰੱਖਣ ਦਾ ਅਧਿਕਾਰ ਹੈ ਨੰਬਰ 2, ਤੇ ਨਾ ਹੀ ਸਾਨੂੰ ਕਿਸੇ ਤਰ੍ਹਾਂ ਦਾ ਬਿਜ਼ਨਸ ਕਰਨ ਦਾ ਅਧਿਕਾਰ ਹੈ, ਤੇ ਨਾ ਹੀ ਸਾਨੂੰ ਆਪਣੀ ਰੱਖਿਆ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਰੱਖਣ ਦਾ ਅਧਿਕਾਰ ਹੈ। ਜਦੋਂ ਇਹ ਸਾਨੂੰ ਪੂਰੀ ਤਰ੍ਹਾਂ ਹਥਿਆਰ ਤੋਂ ਵਾਂਝਿਆਂ ਕਰਕੇ ਤੇ ਇੱਥੇ ਤੱਕ ਪਹੁੰਚਾਇਆ ਜਾਂਦਾ ਤੇ ਬਾਬਾ ਸਾਹਿਬ ਸਾਡੇ ਵਾਸਤੇ ਸਭ ਤੋਂ ਪਹਿਲਾ ਹਥਿਆਰ ਜਿਹੜਾ ਹੈ ਉਹ ਵਿੱਦਿਆ ਦਾ ਤੇ ਉਸ ਤੋਂ ਬਾਅਦ ਜਿਹੜੀਆਂ ਨੌਕਰੀਆਂ ਦਾ ਅਧਿਕਾਰ ਹੈ ਉਹ ਲੈ ਕੇ ਦਿੰਦੇ ਆ। ਤੇ ਇੱਥੋਂ ਚੱਲਦਿਆਂ ਅੱਗੇ ਸਾਡੇ ਕੋਲ ਆ ਜਾਂਦਾ ਕਿ ਜਿਹੜਾ ਬਾਬਾ ਸਾਹਿਬ ਨੇ ਇੱਕ ਸੰਵਿਧਾਨ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਿਖਿਆ, ਉਸ ਸੰਵਿਧਾਨ ਦੇ ਅੰਦਰ ਫਿਰ ਇਹ ਜਿਹੜੀ 1902 ਤੇ 1934 ਦੇ ਅੰਦਰ ਪੂਨਾ ਪੈਕਟ ਹੈ, ਇਹ ਦੋਨਾਂ ਦੇ ਜਿਹੜੀਆਂ ਮਾਨਿਅਤਾਵਾਂ ਜਿਹਦੇ ਵਿੱਚ ਸਾਡੀ ਪ੍ਰਤੀਨਿਧਤਾ ਆਉਂਦੀ ਹੈ ਉਹ ਇਸ ਸੰਵਿਧਾਨ ਦੇ ਅੰਦਰ ਸੰਵਿਧਾਨਿਕ ਤੌਰ ਦੇ ਉੱਤੇ ਸਾਨੂੰ ਉਹਦੇ ਹੱਕ ਹਕੂਕ ਪ੍ਰਾਪਤ ਹੁੰਦੇ ਆ। ਤੇ ਇੱਕ ਪੱਖ ਇਹ ਬਣਦਾ। ਪਰ ਇਹ ਪੱਖ ਬਣਨ ਤੋਂ ਬਾਅਦ ਹੁਣ ਸਮਾਜ ਦੇ ਅੰਦਰ ਦੋ ਤਰ੍ਹਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਆਪਾਂ ਅੱਜ ਦੇ ਸਮੇਂ ਦੇ ਅੰਦਰ ਰਿਜ਼ਰਵੇਸ਼ਨ ਦੇ ਪੱਖ ਤੇ ਰਿਜ਼ਰਵੇਸ਼ਨ ਦੇ ਵਿਰੋਧ ਦੇ ਅੰਦਰ ਗੱਲ ਕਰਦੇ ਹਾਂ। ਹੁਣ ਉਹ ਪੱਖ ਜਿਹੜਾ ਹੈ ਵੀ ਇੱਕ ਸਾਰੇ ਹੀ ਹੱਕਾਂ ਤੋਂ ਵਿਖੂਣਾ ਸਮਾਜ ਹੈ, ਜਿਹਨੂੰ ਥੋੜ੍ਹੀ ਜਿਹੀ ਪ੍ਰਿਵਿਲੇਜ ਜਾਂ ਥੋੜ੍ਹੇ ਜਿਹੇ ਜਿਹੜੇ ਮੌਕੇ ਹੈਗੇ ਆ ਉਹਦਾ ਜਿਹੜਾ ਪ੍ਰਾਵਧਾਨ ਕੀਤਾ ਗਿਆ। ਤੇ ਉਹਦੇ ਉਲਟ
ਜਿਹੜੇ ਉਹ ਲੋਕ ਹੈ ਜਿਨ੍ਹਾਂ ਦੇ ਕੋਲ ਸਦੀਆਂ ਤੋਂ ਹਰ ਚੀਜ਼ ਉਪਲਬਧ ਹੈ, ਹੁਣ ਜਦੋਂ ਉਹਨਾਂ ਕੋਲੋਂ ਕੁਝ ਚੀਜ਼ ਜਿਹੜੀ ਆ ਸਾਡੇ ਹਿੱਸੇ 'ਚ ਆਉਂਦੀ ਆ, ਜਿਨ੍ਹਾਂ ਨੇ ਸਾਨੂੰ ਦਬਾ ਕੇ ਰੱਖਿਆ ਸੀ, ਉਹ ਅੱਜ ਵੀ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ, ਜਿਹੜੀ ਮਾਨਸਿਕ ਦਸ਼ਾ ਹੈ, ਉਹ ਇਸ ਗੱਲ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੋ ਪਾਈ ਔਰ ਉਹ ਹਰ ਸਮੇਂ ਦੇ ਉੱਤੇ ਇਹਦੇ ਵਿਰੋਧ 'ਚ ਚੱਲਦੇ ਆ, ਜਿਸ ਕਰਕੇ ਇਹ ਦੋ ਧਰਾਵਾਂ ਦਾ ਜਿਹੜਾ ਟਕਰਾਵ ਹੈ ਉਹ ਅੱਜ ਦੇ ਸਮੇਂ 'ਚ ਵੀ ਹੋ ਰਿਹਾ। ਰਾਏ ਸਾਹਿਬ, ਮੈਂ ਨਾ ਇੱਥੇ ਇੱਕ ਸਵਾਲ ਜ਼ਰੂਰ ਚੱਕਣਾ ਚਾਹੁੰਦਾ। ਆਮ ਲੋਕਾਂ ਦਾ ਇਹ ਸਵਾਲ ਆ ਵੀ ਗੱਲ ਆਪਾਂ ਵਰਗ ਸੰਘਰਸ਼ ਦੀ ਕਰਦੇ ਹਾਂ ਜੀ। ਇੱਕ ਵਰਗ ਉਹ ਹੈ ਜੋ ਰਾਜ ਕਰ ਰਿਹਾ ਜੀ ਤੇ ਉਹ ਜ਼ੁਲਮ ਕਰ ਰਿਹਾ ਉਸ ਵਰਗ ਤੇ ਜੋ ਇੱਕ ਹਿਸਾਬ ਨਾਲ ਉਹਨਾਂ ਦੀ ਪ੍ਰਜਾ ਦੇ ਉੱਤੇ। ਜੀ ਠੀਕ ਹੈ। ਔਰ ਆਪਾਂ ਇਸ ਨੂੰ ਫਿਰ ਜਿਹੜੀ ਰਿਜ਼ਰਵੇਸ਼ਨ ਆ ਰਾਖਵਾਂ ਕਰਨਾ ਉਹ ਜਾਤੀਗਤ ਆਧਾਰ ਤੇ ਕਿਉਂ ਆ? ਬਹੁਤ ਵਧੀਆ, ਬਹੁਤ ਵਧੀਆ। ਸੋ ਇਹ ਬਹੁਤ ਹੀ ਅੱਛਾ ਸਵਾਲ ਹੈ ਜੀ, ਕਿਉਂਕਿ ਅੱਜ ਦੇ ਸਮੇਂ ਦੇ ਅੰਦਰ ਜਿਹੜੇ 4-5 ਸਵਾਲ ਜਿਹੜੇ ਸਮਾਜ ਦੇ ਅੰਦਰ ਘੁੰਮ ਰਹੇ ਆ, ਉਹਦੇ 'ਚ ਸਭ ਤੋਂ ਪਹਿਲਾ ਸਵਾਲ ਹੈ ਕਿ ਜਾਤੀ ਆਧਾਰਿਤ ਹੀ ਇਹ ਜਿਹੜੀ ਆ ਪ੍ਰਤੀਨਿਧਤਾ ਜਾਂ ਰਿਜ਼ਰਵੇਸ਼ਨ ਕਿਉਂ ਹੈ। ਦੂਸਰਾ, ਅਕਸਰ ਕਿਹਾ ਜਾਂਦਾ ਕਿ ਜਿਨ੍ਹਾਂ ਨੂੰ 2-3 ਪੀੜ੍ਹੀਆਂ ਤੋਂ ਰਿਜ਼ਰਵੇਸ਼ਨ ਮਿਲ ਰਹੀ ਹੈ ਉਹਨਾਂ ਨੂੰ ਕਿਉਂ ਮਿਲ ਰਹੀ ਆ। ਤੀਸਰਾ ਸਵਾਲ ਕਿਹਾ ਜਾਂਦਾ ਕਿ ਜਿਹੜੇ ਇਹਨਾਂ ਦੇ ਵਿੱਚੋਂ IAS IPS ਜਾਂ ਵੱਡੇ ਅਹੁਦਿਆਂ 'ਤੇ ਪਹੁੰਚ ਗਏ ਆ ਉਹਨਾਂ ਨੂੰ ਕਿਉਂ ਮਿਲ ਰਹੀ ਆ। ਜਾਂ ਫਿਰ ਇੱਥੋਂ ਤੱਕ ਕਿਹਾ ਜਾਂਦਾ ਕਿ ਜਿਹੜੇ ਲੋਕ ਉੱਥੇ ਚਲੇ ਗਏ ਆ ਉਹ ਦੂਜਿਆਂ ਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੇ। ਹੁਣ ਇਹ ਸਾਰੇ ਸਵਾਲਾਂ ਦੇ ਪਿੱਛੇ ਸਭ ਤੋਂ ਪਹਿਲਾਂ ਤਾਂ ਇਸ ਸਾਰੇ ਦੇ ਸਾਰੇ ਤੰਤਰ ਨੂੰ ਸਮਝਣਾ ਪਏਗਾ ਕਿ ਇਹ ਸਵਾਲ ਪੈਦਾ ਕਿੱਥੋਂ ਹੁੰਦਾ। ਸਭ ਤੋਂ ਪਹਿਲੀ ਗੱਲ ਕਿ ਜਿਹੜੀ ਰਿਜ਼ਰਵੇਸ਼ਨ ਮਿਲੀ ਹੈ ਉਹ ਰਿਜ਼ਰਵੇਸ਼ਨ 1931 ਦੇ ਅੰਦਰ ਜਿਹੜੀ ਸਾਡੀ ਸੈਂਸਸ ਹੋਈ ਆ, ਉਸ ਸੈਂਸਸ ਦੇ ਵਿੱਚ ਜਿਹਨੂੰ ਆਧਾਰ ਬਣਾਇਆ ਗਿਆ, ਉਹ ਆਧਾਰ ਬਣਾਇਆ ਗਿਆ ਕਿ ਇਸ ਦੇਸ਼ ਦੇ ਅੰਦਰ ਉਹ ਕਿਹੜੀਆਂ ਜਾਤੀਆਂ ਆ ਜਾਂ ਉਹ ਕਿਹੜਾ ਸਿਸਟਮ ਹੈ ਜਿਹੜੇ ਇਹਨਾਂ ਕੁਛ ਲੋਕਾਂ ਨੂੰ ਤੇ ਬਿਲਕੁਲ ਜਿਹੜੇ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ ਤੇ ਕੁਝ ਲੋਕਾਂ ਦੇ ਕੋਲ ਬਹੁਤ ਸਾਰੇ ਹੱਕ ਹਕੂਕ ਹੈਗੇ, ਅਧਿਕਾਰ ਹੈਗੇ ਆ। ਤੇ ਜਦੋਂ ਉਹਨੂੰ ਲਿਸਟ ਆਊਟ ਕੀਤਾ ਗਿਆ, ਉਹਨਾਂ ਦੀ ਸੂਚੀ ਬਣਾਈ ਗਈ ਤੇ ਉਹ ਸੂਚੀ ਦੇ ਅੰਦਰ ਉਹ ਜਾਤੀਆਂ ਹੀ ਆਈਆਂ ਜਿਹੜੀਆਂ ਜਾਤੀਆਂ ਨੂੰ ਸਮਾਜਿਕ ਤੌਰ ਤੇ, ਵਿਦਿਅਕ ਤੌਰ ਤੇ, ਆਰਥਿਕ ਤੌਰ ਦੇ ਉੱਤੇ ਤੇ ਰਾਜਨੀਤਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਦਬਾ ਕੇ ਰੱਖਿਆ ਗਿਆ। ਇਹ ਉਹ ਜਿਹੜੀਆਂ ਜਾਤੀਆਂ ਹੈ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਜਿਹੜੀ ਕਨਸਟੀਟਿਊਸ਼ਨ ਸੰਵਿਧਾਨ ਦੇ ਅੰਦਰ ਪ੍ਰੋਵੀਜ਼ਨ ਹੈ ਉਹਨੂੰ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟਰਾਈਬ ਤੇ ਉਸ ਤੋਂ ਬਾਅਦ ਇੱਕ ਤੀਸਰਾ ਹੈ ਜਿਹੜਾ OBC ਹੈ ਤੇ ਚੌਥਾ ਇਸ ਦੇਸ਼ ਦੇ ਅੰਦਰ ਜਿਹੜੀ ਲੰਬੇ ਸਮੇਂ ਤੋਂ ਵਰਣ ਵਿਵਸਥਾ ਚੱਲਦੀ ਆ ਰਹੀ ਹੈ ਉਸ ਵਰਣ ਵਿਵਸਥਾ ਦੇ ਅੰਦਰ ਜਿਹੜਾ ਇੱਕ ਬ੍ਰਾਹਮਣ, ਕਸ਼ਤਰੀ ਤੇ ਵੈਸ਼, ਉਹ ਉੱਪਰਲੇ ਸਮਾਜ ਦੇ ਵਿੱਚ ਜਿਹਦੇ ਕੋਲ ਅਧਿਕਾਰ ਜਿਹੜੇ ਆ ਲੰਬੇ ਸਮੇਂ ਤੋਂ ਹੈ ਤੇ ਉਸ ਤੋਂ ਬਾਅਦ ਜਿਹੜਾ SC ST ਤੇ OBC ਹੈ ਇਹਦੇ ਕੋਲ ਸਾਰੇ ਅਧਿਕਾਰ ਜਿਹੜੇ ਖੋਏ ਗਏ ਆ। ਹਾਂ, ਉਹਨੂੰ ਅੱਗੇ ਫਿਰ 3 ਹਿੱਸਿਆਂ 'ਚ ਕਿਉਂ ਵੰਡਿਆ ਗਿਆ ਕਿ ਜਿਹੜੇ SC ਅਨੁਸੂਚਿਤ ਜਾਤੀਆਂ, ਉਹ ਅਨੁਸੂਚਿਤ ਜਾਤੀਆਂ ਜਿਹੜੇ ਇਸ ਸਾਰੇ ਸਿਸਟਮ ਦੇ ਅੰਦਰ ਪੂਰੇ ਹੱਕਾਂ ਹਕੂਕਾਂ ਤੋਂ ਵਾਂਝੇ ਹੈ ਜੀ, ਉਹ ਹੈ। ਤੇ ਉਸ ਤੋਂ ਬਾਅਦ ਜਿਹੜੇ ST ਹੈ, ਜਿਹੜੀਆਂ ਅਨੁਸੂਚਿਤ ਕਬੀਲੇ, ਉਹ ਲੋਕ ਜਿਹੜੇ ਵਣ ਦੇ ਅੰਦਰ, ਜੰਗਲਾਂ ਦੇ ਅੰਦਰ ਰਹਿ ਰਹੇ ਆ, ਉਹ ਪ੍ਰਜਾਤੀਆਂ ਆ। ਤੇ ਉਸ ਤੋਂ ਬਾਅਦ ਤੀਸਰੇ ਉਹ ਲੋਕ ਆ ਜਿਨ੍ਹਾਂ ਨੂੰ ਦਬਾਇਆ ਤਾਂ ਗਿਆ ਪਰ ਉਹਨਾਂ ਨੂੰ ਸਮਾਜਿਕ ਤੌਰ ਦੇ ਉੱਤੇ ਨਖੇੜਿਆ ਨਹੀਂ ਗਿਆ, ਉਹਨਾਂ ਨੂੰ ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ ਵਿਦਿਅਕ ਤੌਰ ਤੇ ਅਖਾੜਿਆ ਗਿਆ। ਹੁਣ ਇੱਕ ਪਾਸੇ ਆਰਥਿਕ, ਵਿਦਿਅਕ ਔਰ ਰਾਜਨੀਤਿਕ ਤੌਰ ਤੇ ਦੂਸਰੇ ਪਾਸੇ ਉਹ ਜਿਨ੍ਹਾਂ ਦੇ ਕੋਲ ਸਮਾਜਿਕ ਤੌਰ ਤੇ ਵੀ ਉਤਪੀੜਨ ਹੈ, ਆਰਥਿਕ ਤੌਰ ਤੇ ਉਤਪੀੜਨ ਹੈ, ਰਾਜਨੀਤਿਕ ਤੌਰ ਤੇ ਪ੍ਰਤੀਨਿਧਤਾ ਨਹੀਂ ਹੈ, ਵਿਦਿਅਕ ਤੌਰ ਦੇ ਉੱਤੇ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਪ੍ਰਤੀਨਿਧਤਾ ਨਹੀਂ ਹੈ। ਸੋ ਇਸ ਕਰਕੇ ਇਹਦਾ ਜਿਹੜਾ ਮੂਲ ਆਧਾਰ ਹੈ ਉਹ ਜਾਤੀ ਰੱਖਿਆ ਗਿਆ। ਹੁਣ ਜਾਤੀ ਤੌਰ ਤੇ ਰੱਖਣ ਤੋਂ ਬਾਅਦ ਇਹ ਚੀਜ਼ ਜਿਹੜੀ ਹੈ 1950 ਦੇ ਅੰਦਰ ਜਦੋਂ ਸੰਵਿਧਾਨ ਲਾਗੂ ਹੁੰਦਾ ਆ ਤੇ ਉਸ ਤੋਂ ਬਾਅਦ ਇਹਦੇ 'ਚ ਜਿਹੜੀਆਂ ਪ੍ਰੋਵੀਜ਼ਨ ਕੀਤੀਆਂ ਗਈਆਂ, ਉਹ ਪ੍ਰੋਵੀਜ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਗੇ 4 ਹਿੱਸਿਆਂ 'ਚ ਵੰਡਿਆ ਗਿਆ। ਜਿਹੜੀ ਰਿਜ਼ਰਵੇਸ਼ਨ ਹੈ ਉਹਨੂੰ 4 ਹਿੱਸਿਆਂ 'ਚ ਵੰਡਿਆ ਗਿਆ। ਪਹਿਲੀ ਰਿਜ਼ਰਵੇਸ਼ਨ ਹੈ ਜਿਹਨੂੰ ਆਪਾਂ ਪੋਲੀਟੀਕਲ ਰਿਜ਼ਰਵੇਸ਼ਨ ਕਹਿੰਦੇ ਆ, ਜਿਹੜੇ ਲੋਕ ਸਾਡੀ ਪ੍ਰਤੀਨਿਧਤਾ ਕਰਨਗੇ, ਉਹ ਪ੍ਰਤੀਨਿਧਤਾ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਵਿਧਾਨ ਸਭਾਵਾਂ ਦੇ ਅੰਦਰ ਤੇ ਜਿਹੜੇ ਦੂਸਰੇ ਹੈਗੇ ਆ ਜਿਹਨੂੰ ਆਪਾਂ ਸੰਸਦ ਕਹਿੰਦੇ ਆ, ਉਹਦੇ ਅੰਦਰ ਜਿਹੜੇ ਸਾਡੇ ਪ੍ਰਤੀਨਿਧ ਜਾਣੇ ਆ ਉਹਨਾਂ ਵਾਸਤੇ ਸੀਟਾਂ ਰਾਖਵੀਆਂ ਕੀਤੀਆਂ ਗਈਆਂ। ਨੰਬਰ 1। ਨੰਬਰ 2, ਦੂਜੀ ਤਰ੍ਹਾਂ ਦੀ ਜਿਹੜੀ ਰਿਜ਼ਰਵੇਸ਼ਨ ਹੈ, ਪ੍ਰਤੀਨਿਧਤਾ ਹੈ, ਉਹ ਪ੍ਰਤੀਨਿਧਤਾ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਵਿਦਿਅਕ ਤੌਰ ਦੇ ਉੱਤੇ
ਇੰਸਟੀਟਿਊਸ਼ਨ ਦੇ ਅੰਦਰ ਜੀ ਉੱਚ ਵਿੱਦਿਆ ਦੇ ਅੰਦਰ ਸਾਡੀ ਪ੍ਰਤੀਨਿਧਤਾ ਉਹਨੂੰ ਰਿਜ਼ਰਵੇਸ਼ਨ ਮਿਲਦੀ ਹੈ। ਤੇ ਤੀਸਰੀ ਹੈ ਵੀ ਜਦੋਂ ਅਸੀਂ ਵਿੱਦਿਅਕ ਤੌਰ ਦੇ ਉੱਤੇ ਇਕੁਇਪ ਹੋ ਕੇ ਬਾਹਰ ਆਉਣਾ ਤੇ ਸਾਨੂੰ ਨੌਕਰੀਆਂ ਦੇ ਅੰਦਰ ਪ੍ਰਤੀਨਿਧਤਾ ਮਿਲਣੀ ਹੈ। ਇਹ ਸਾਡੀ 3 ਤਰ੍ਹਾਂ ਦੀ ਪ੍ਰਤੀਨਿਧਤਾ ਹੈ। ਹੁਣ ਇਸ 3 ਤਰ੍ਹਾਂ ਦੀ ਪ੍ਰਤੀਨਿਧਤਾ ਤੋਂ ਬਾਅਦ ਜਿਹੜੀ ਅੱਜ ਦਾ ਸਮਾਂ ਸ਼ੁਰੂ ਹੁੰਦਾ ਆ, ਉਸ ਸਮੇਂ ਦੇ ਅੰਦਰ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਅੱਜ ਦੀ ਸਮੇਂ 'ਚ ਬਹੁਤ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲਗਾਏ ਜਾਂਦੇ ਆ। ਉਹ ਪ੍ਰਸ਼ਨ ਚਿੰਨ੍ਹ ਜਿਹੜੇ ਹੈਗੇ ਆ, ਸਭ ਤੋਂ ਪਹਿਲਾਂ ਉਹਨੂੰ ਜਾਤੀ ਤੌਰ ਤੇ ਲਿਆ ਜਾਂਦਾ ਕਿ ਇਹਨੂੰ ਜਾਤੀ ਤੌਰ ਤੇ ਕਿਉਂ ਨਹੀਂ ਰੱਖਿਆ ਗਿਆ। ਸੋ ਜਾਤੀ ਤੌਰ ਤੇ ਹੀ ਕਿਉਂ ਰੱਖਿਆ ਗਿਆ, ਇਹਨੂੰ ਆਰਥਿਕ ਤੌਰ ਤੇ ਕਿਉਂ ਨਹੀਂ ਰੱਖਿਆ ਗਿਆ? ਕਿਉਂਕਿ ਇਹ ਕੋਈ ਕਿਸੇ ਤਰ੍ਹਾਂ ਦਾ ਇੱਦਾਂ ਦਾ ਮੰਤਰ ਨਹੀਂ ਹੈ ਕਿ ਲੋਕਾਂ ਨੂੰ ਆਰਥਿਕ ਤੌਰ ਤੇ ਉਹਨਾਂ ਦਾ ਉਥਾਨ ਕਰਨ ਵਾਸਤੇ, ਉਹਨਾਂ ਨੂੰ ਇਕੁਇਪ ਕਰਨ ਵਾਸਤੇ ਕੋਈ ਸਾਧਨ ਹੋਵੇ। ਜਿਨ੍ਹਾਂ ਨੂੰ ਆਰਥਿਕ ਤੌਰ ਦੇ ਉੱਤੇ ਉੱਪਰ ਚੱਕਣਾ, ਉਹਦੇ ਲਈ ਤੁਸੀਂ ਹੋਰ ਸਕੀਮਾਂ ਲਿਆ ਸਕਦੇ ਆ। ਇਹ ਪ੍ਰਤੀਨਿਧਤਾ ਦਾ ਸਵਾਲ ਹੈ ਜੀ। ਸੋ ਸਾਥੀਓ, ਜਿੱਦਾਂ ਤੁਸੀਂ ਦੇਖਿਆ ਕਿ ਰਾਏ ਸਾਹਿਬ ਦਾ ਇਹ ਕਹਿਣਾ ਵੀ ਇਹ ਕੋਈ ਗਰੀਬੀ ਉਨਮੂਲਨ ਪ੍ਰੋਗਰਾਮ ਨਹੀਂ ਆ, ਇਹ ਸਾਡਾ ਆਰਥਿਕ ਦਸ਼ਾ ਨੂੰ ਉੱਪਰ ਚੱਕਣ ਲਈ ਇਕੱਲਾ ਪ੍ਰੋਗਰਾਮ ਨਹੀਂ ਹੈ, ਇਹ ਹੈਗਾ ਸਾਡੀ ਰਿਪਰੈਜ਼ੈਂਟੇਸ਼ਨ, ਪ੍ਰਤੀਨਿਧਤਾ ਦਾ। ਸੋ ਡਾਕਟਰ ਅੰਬੇਡਕਰ ਸਾਹਿਬ ਵੀ ਕਹਿੰਦੇ ਆ ਵੀ ਰਿਜ਼ਰਵੇਸ਼ਨ ਇਜ਼ ਅ ਰਿਪਰੈਜ਼ੈਂਟੇਸ਼ਨ, ਸਾਡੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ। ਔਰ कितने ना कितने मान्यवर साहब कांशीराम भी यही कहते हैं, जिसकी जितनी संख्या भारी उतनी उसकी हिस्सेदारी। और यही कंसैप्ट है रिजर्वेशन का। और वो लोग जो सदियों तो लताड़े गए, प्रताड़ित किए गए, अज जी उन्होंने कुछ अधिकार मिले आ। राय साहब का यह कहना कि उन्होंने प्रश्न चिन्ह नहीं बल्कि सानू सहयोग करना चाहिए आ। और खास तौर पर जो स्कीम जिस चीज़ लिए बनी आ उन्होंने पूरी तरह इंप्लीमेंटेशन किया जाए तां जो उन्होंने अधिकार मिल सकन। इसी तरह गलबात जारी रहेगी। मिलते हैं एक छोटे जे ब्रेक तो बाद। बहुत बहुत स्वागत करते हैं जी एक बार फिर तो आप सब साथियों का। तो जिस तरह के राय साहब के नाल अज चर्चा चल रही सी, तो चर्चा नूं अगे वधाउने आ। राय साहब, पिछे जी एक जजमेंट आई आ उत्तराखंड हाई कोर्ट वालों भी रिजर्वेशन से काफ़ी सवाल जवाब चुके गए आ भी। खास तौर पर आउंदा भी रिजर्वेशन एक मौलिक अधिकार नहीं आ, फंडामेंटल राइट नहीं हैगा। तो ये असीं जानना चाहांगे भी की संविधान की जो असल प्रोविजन सी जो जिस दे विच ये प्रोविजनां कीतियां गईयां कि उन्हां अनुसार ये फंडामेंटल राइट है ਜਾਂ ਫਿਰ ਜੋ ਕੋਰਟ ਦੀ ਜਜਮੈਂਟ ਆ ਉਹ ਬਿਲਕੁਲ ਸਹੀ ਹੈ। ਬਹੁਤ ਅੱਛਾ ਤੁਹਾਡਾ ਸਵਾਲ ਹੈ ਜੀ। ਇਸ ਸਵਾਲ ਦੀ ਪਿਸ਼ਟਭੂਮੀ 'ਚ ਆਪਾਂ ਥੋੜ੍ਹਾ ਜਾਵਾਂਗੇ ਜੀ। ਪਿਸ਼ਟਭੂਮੀ ਕੀ ਹੈ ਕਿ ਜਿੱਦਾਂ ਹੀ ਦੇਸ਼ ਆਜ਼ਾਦ ਹੁੰਦਾ, ਇਹ ਮੈਂ ਇਹਨੂੰ ਥੋੜ੍ਹਾ ਜਿਹਾ ਹੁਣ ਰਿਜ਼ਰਵੇਸ਼ਨ ਨੂੰ ਖੋਲ੍ਹਣ ਲੱਗਾ ਕਿ ਰਿਜ਼ਰਵੇਸ਼ਨ ਤੋਂ ਬਾਅਦ ਲੋਕਾਂ ਦੇ ਦਿਮਾਗ ਕਿੱਥੇ ਕੰਮ ਕਰਦੇ ਆ। ਕਿਉਂਕਿ ਇਹ ਜਿਹੜਾ ਦੇਸ਼ ਹੈ, ਇਹ ਦੇਸ਼ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹ 2 ਧਾਰਾਵਾਂ 'ਚ ਕੰਮ ਕਰਦਾ। ਇੱਕ ਬਿਲਕੁਲ ਦਬਾਉਣ ਵਾਲੀ ਧਾਰਾ ਵਿਚਾਰਧਾਰਾ ਆ, ਅਤੇ ਇੱਕ ਲੋਕਾਂ ਨੂੰ ਉੱਪਰ ਚੱਕਣ ਵਾਲੀ ਵਿਚਾਰਧਾਰਾ ਹੈ। 2 ਵਿਚਾਰਧਾਰਾਵਾਂ ਦੇ ਵਿੱਚ ਚੱਲਦੇ ਹੋਏ ਪਹਿਲੀ ਜਿਹੜੀ ਬਹੁਤ ਹੀ ਗਲੇਰਿੰਗ ਐਗਜ਼ਾਮਪਲ ਹੈ, ਬਹੁਤ ਹੀ ਮਤਲਬ ਅੱਖਾਂ ਖੋਲ੍ਹਣ ਵਾਲੀ ਐਗਜ਼ਾਮਪਲ ਹੈ, ਜਿੱਦਾਂ ਹੀ ਦੇਸ਼ ਆਜ਼ਾਦ ਹੁੰਦਾ, ਇਸ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਇਸ ਦੇਸ਼ ਦੇ ਸਾਊਥ ਦੇ ਅੰਦਰ ਇੱਕ ਸਾਊਥ ਇੰਡੀਅਨ ਲਿਬਰੇਸ਼ਨ ਫਰੰਟ ਨਾਂ ਦੀ ਇੱਕ ਪਾਰਟੀ ਹੈ। ਉਹ ਬਹੁਤ ਅੱਛਾ ਸੰਗਠਨ ਹੈ ਜਿਹੜਾ ਸਾਊਥ ਦੇ ਵਿੱਚ ਕੰਮ ਕਰਦਾ, ਅਤੇ ਉਹਨੇ ਉੱਥੇ ਦੇਖਿਆ ਵੀ ਇਸ ਦੇਸ਼ ਦੇ ਅੰਦਰ ਸਿਰਫ ਇੱਕੋ ਜਾਤੀ ਦੇ ਜਿਹੜੇ ਲੋਕ ਹੈ ਉਹਨਾਂ ਦੇ ਕੋਲ ਸਾਰਾ ਸਿਸਟਮ ਜਿਹੜਾ ਉੱਤੇ ਕਾਬਜ਼ ਹੈ। ਅਤੇ ਉਹ ਫਿਰ ਕੀ ਹੈ ਵੀ ਉਸ ਪ੍ਰੋਵਿੰਸ਼ੀਅਲ ਦੇ ਕੋਲ ਰਿਫੋਰਮ ਵਾਸਤੇ ਮੋਂਟਚੈਂਗੋ ਜਿਹੜਾ ਕਮਿਸ਼ਨ ਹੈ ਉਹਦੇ ਕੋਲ ਪਹੁੰਚ ਕਰਦੇ ਆ। ਜਦੋਂ ਮੋਂਟਚੈਂਗੋ ਜਿਹੜਾ ਹੈਗਾ ਕਮਿਸ਼ਨ ਦੇ ਕੋਲ ਪਹੁੰਚ ਕਰਦੇ, ਉੱਥੇ ਉਹ ਦੱਸਦੇ ਆ ਵੀ ਇਹਨਾਂ ਲੋਕਾਂ ਦੇ ਕੋਲ ਬਹੁਤ ਕੁਛ ਹੈ, ਸਾਡੇ ਕੋਲ ਕੁਛ ਨਹੀਂ ਹੈ। ਅਤੇ ਉਹ ਫਿਰ ਉਸ ਜਿਹੜਾ ਸਾਊਥ ਦੇ ਵਿੱਚ ਜਿਹੜੀ ਲੋਕਾਂ ਦੀ ਪ੍ਰਤੀਨਿਧਤਾ ਹੈਗੀ ਆ, ਇਹ ਗੱਲ 1919 ਦੇ ਵਿੱਚ ਸ਼ੁਰੂ ਹੁੰਦੀ ਆ। 1921 ਦੇ ਵਿੱਚ ਉੱਥੇ ਇੱਕ ਜੀਓ, ਜਿਹਨੂੰ ਆਪਾਂ ਅਵਾਰਡ ਕਹਿੰਦੇ, ਕਮਿਊਨਲ ਅਵਾਰਡ ਕਹਿੰਦੇ, ਉਹ ਇੱਕ ਉੱਥੋਂ ਜਾਰੀ ਹੁੰਦਾ। ਉਹ ਉਸ ਵੇਲੇ ਲਾਗੂ ਨਹੀਂ ਹੁੰਦਾ, ਪਰ ਉਹਨੂੰ ਉਹਦੇ ਵਿੱਚ ਥੋੜ੍ਹੀਆਂ ਮੋਡੀਫਿਕੇਸ਼ਨ ਕਰਕੇ 1921 ਤੋਂ ਬਾਅਦ 1927 ਦੇ ਵਿੱਚ ਉਹ ਲਾਗੂ ਹੁੰਦਾ। ਉਹ ਲਾਗੂ ਕੀ ਹੁੰਦਾ ਕਿ ਜਿਹੜੀਆਂ 14 ਸੀਟਾਂ ਹੈਗੀਆਂ ਮੈਡੀਕਲ ਦੇ ਵਿੱਚ ਜਾਂ ਸਰਵਿਸਿਜ਼ ਦੇ ਵਿੱਚ ਜਾਂ ਇੰਜੀਨੀਅਰਿੰਗ ਦੇ ਵਿੱਚ, 14 ਸੀਟਾਂ ਨੂੰ ਉਹ ਡਿਵਾਈਡ ਕਰਕੇ ਦੱਸਦੇ। ਕਿੱਦਾਂ ਦੱਸਦੇ ਆ ਵੀ 6 ਸੀਟਾਂ ਜਿਹੜੀਆਂ ਹੈਗੀਆਂ ਉਹ ਗੈਰ ਬ੍ਰਾਹਮਣ ਹਿੰਦੂ, ਨੋਟ ਕਰਨ ਵਾਲੀ ਗੱਲ ਹੈ, ਗੈਰ ਬ੍ਰਾਹਮਣ ਹਿੰਦੂ 6 ਸੀਟਾਂ ਉਹਦੇ ਲਈ, 2 ਸੀਟਾਂ ਜਿਹੜੇ BC ਬੈਕਵਰਡ ਕਲਾਸ ਹਿੰਦੂ ਉਹਦੇ ਲਈ, ਅਤੇ 2 ਸੀਟਾਂ ਜਿਹੜੀਆਂ ਹੈ ਉਹ ਜਿਹੜੇ ਬ੍ਰਾਹਮਣ ਹੈ ਉਹਦੇ ਲਈ, ਖਾਸ ਤੌਰ 'ਤੇ 2 ਸੀਟਾਂ ਬ੍ਰਾਹਮਣ ਉਹਦੇ ਲਈ। ਅਤੇ ਉਸ ਤੋਂ ਬਾਅਦ ਇੱਕ ਸੀਟ ਜਿਹੜੀ ਹੈ ਉਹ ਮੁਹੰਮਦਨ ਵਾਸਤੇ, ਅਤੇ ਇੱਕ ਸੀਟ ਜਿਹੜੀ ਹੈ ਉਹ ਸਪੈਸ਼ਲ ਤੌਰ ਦੇ ਉੱਤੇ ਜਿਹੜੇ ਐਂਗਲੋ ਇੰਡੀਅਨ ਕ੍ਰਿਸਚੀਅਨ ਹੈ ਉਹਦੇ ਵਾਸਤੇ, ਅਤੇ 2 ਸੀਟਾਂ
ਉਸ ਵੇਲੇ ਹਰੀਜਨ ਕਿਹਾ ਜਾਂਦਾ ਸੀ। ਜਿਹੜੇ ਲੋਕ ਸਾਡੇ ਸਮਾਜ ਦੇ ਸੀਗੇ ਉਹ 2 ਸੀਟਾਂ ਇਹਨਾਂ ਵਾਸਤੇ ਵੀ ਰਿਜ਼ਰਵ ਸੀਗੀਆਂ। ਹੁਣ ਉਸ ਵੇਲੇ ਬ੍ਰਾਹਮਣ ਵਾਸਤੇ ਵੀ ਰਿਜ਼ਰਵੇਸ਼ਨ ਹੈਗੀ ਆ। ਹੁਣ ਦੇਸ਼ ਆਜ਼ਾਦ ਹੋ ਜਾਂਦਾ ਤੇ ਦੇਸ਼ ਆਜ਼ਾਦ ਹੋਣ ਤੇ ਵੀ ਇਹ ਚੀਜ਼ ਉੱਦਾਂ ਹੀ ਲਾਗੂ ਆ ਉੱਥੇ। ਹੁਣ ਲਾਗੂ ਆ ਤੇ ਉੱਥੇ ਮੈਡੀਕਲ ਦੇ ਵਿੱਚ MBBS ਦੇ ਵਿੱਚ ਸੀਟਾਂ ਆਉਂਦੀਆਂ ਤੇ ਉਹ ਸੀਟਾਂ ਦੇ ਅੰਦਰ ਇੱਕ ਬ੍ਰਾਹਮਣ ਲੜਕੀ ਜਿਹੜੀ ਆ ਜਿਹਦਾ ਨਾਮ ਚੰਪਾ ਦੁਰਾਈ, ਉਹ ਲੜਕੀ ਚੰਪਾ ਦੁਰਾਈ ਰਾਜਾ ਜਿਹੜੀ ਹੈ ਉਹ ਲੜਕੀ ਉਹਦੇ 'ਚ ਅਪਲਾਈ ਨਹੀਂ ਕਰਦੀ MBBS ਵਾਸਤੇ ਅਪਲਾਈ ਨਹੀਂ ਕਰਦੀ। ਤੇ ਇਸ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋ ਚੁੱਕਾ ਹੁੰਦਾ ਤੇ ਇਸ ਦੇਸ਼ ਦੇ ਅੰਦਰ ਜਿਹੜੀ ਹੈ ਚੁਣੀ ਹੋਈ ਸਰਕਾਰ ਹਜੇ ਬਣਨੀ ਹੈ। ਉਹਦੀ ਜਿਹੜੀ ਹੈ ਮਤਲਬ ਇਲੈਕਸ਼ਨ ਹੈ 1952 'ਚ ਪਹਿਲੀ ਹੁੰਦੀ ਹੈ ਔਰ ਉਸ ਤੋਂ ਪਹਿਲਾਂ ਜਦੋਂ ਉਹ ਸੀਟਾਂ ਆਉਂਦੀਆਂ ਤੇ ਉਸ ਤੋਂ ਬਾਅਦ ਉਹ ਇਸ ਦੇਸ਼ ਦੇ ਅੰਦਰ ਹਾਈ ਕੋਰਟ ਦੇ ਵਿੱਚ ਇੱਕ ਕੇਸ ਲਗਾਉਂਦੀ ਆ ਸਾਰੇ ਬ੍ਰਾਹਮਣਾਂ ਦੀ ਪ੍ਰਤੀਨਿਧਤਾ ਕਰਦੀ ਹੋਈ ਕਿ ਜਿਹਨੇ ਅਪਲਾਈ ਨਹੀਂ ਕੀਤਾ ਉਹ ਲੜਕੀ ਕੋਰਟ ਦੇ ਵਿੱਚ ਜਾਂਦੀ ਆ ਔਰ ਉਹ ਕੋਰਟ ਕੇਸ ਜਿਹੜਾ ਹੈ ਉਹ ਚੰਪਾ ਦੁਰਾਈ ਰਾਜਾ ਜਿਹੜੀ ਹੈਗੀ ਆ ਉਹਦੇ ਤੇ ਸਟੇਟ ਆਫ ਕਰਨਾਟਕਾ ਦੇ ਤਾਮਿਲਨਾਡੂ ਦੇ ਵਰਸਸ ਜਿਹੜਾ ਹੈ ਉਹ ਕੋਰਟ 'ਚ ਜਾਂਦੀ ਹੈ ਤੇ ਕੋਰਟ 'ਚ ਜਾ ਕੇ ਉਹਦੀ ਪੈਰਵੀ ਕੇਸ ਦੀ ਜਿਹੜਾ ਕਰਦਾ ਹੈ ਉਹ ਕਰਦਾ ਹੈ ਅਈਅਰ। ਇਹ ਅਈਅਰ ਉਹ ਅਈਅਰ ਹੈ ਜਿਹੜੀ ਕੰਸਟੀਟਿਊਸ਼ਨ ਡਰਾਫਟਿੰਗ ਕਮੇਟੀ ਹੈ ਜਿਹਦੇ ਬਾਬਾ ਸਾਹਿਬ ਅੰਬੇਦਕਰ ਜੀ ਚੇਅਰਮੈਨ ਹੈ। ਉਸ ਕਮੇਟੀ ਦੇ 7 ਮੈਂਬਰਾਂ ਦੇ ਵਿੱਚ ਇੱਕ ਮੈਂਬਰ ਹੈ ਤੇ ਇਹ ਮੈਂਬਰ ਉਸ ਲੜਕੀ ਦਾ ਕੇਸ ਲੜਦਾ ਹੈ ਤੇ ਜਿਹੜਾ ਉਸ ਤੋਂ ਪਹਿਲਾਂ ਤਾਮਿਲਨਾਡੂ ਗਵਰਨਮੈਂਟ ਦਾ ਅਟਾਰਨੀ ਜਨਰਲ ਹੈ। ਹੁਣ ਉਹ ਅਟਾਰਨੀ ਜਨਰਲ ਉਸ ਲੜਕੀ ਦਾ ਕੇਸ ਲੜਦਾ। ਇਸ ਕੇਸ ਦੇ ਵਿੱਚ 3 ਚੀਜ਼ਾਂ ਕਿਹੜੀਆਂ ਖਾਸ ਹੈ ਵੀ ਉਹ ਲੜਕੀ ਖੁਦ ਕੇਸ ਦੇ ਵਿੱਚ ਆਪ ਅਪੀਅਰ ਨਹੀਂ ਹੋਈ ਹੁੰਦੀ ਜੀ, ਉਹਦੇ ਬਾਵਜੂਦ ਉਹਦਾ ਕੇਸ ਐਡਮਿਟ ਕਰ ਲਿਆ ਜਾਂਦਾ। ਐਡਮਿਟ ਕਰਨ ਤੋਂ ਬਾਅਦ ਉਹਨਾਂ ਨੂੰ ਰਿਜ਼ਰਵੇਸ਼ਨ ਪਹਿਲਾਂ ਮਿਲੀ ਹੋਈ ਹੈ ਤੇ ਉਹ ਉੱਥੇ ਸਵਾਲ ਕੀ ਰੇਜ਼ ਕਰਦੀ ਹੈ ਕਿ ਜੇ ਮੈਂ ਇਹ ਅਪਲਾਈ ਕਰਦੀ ਹਾਂ ਅਪੀਅਰ ਹੁੰਦੀ ਹਾਂ ਟੈਸਟ ਦੇ ਵਿੱਚ ਤੇ ਮੈਂ ਕੁਆਲੀਫਾਈ ਨਹੀਂ ਕਰ ਸਕਦੀ ਕਿਉਂਕਿ ਮੇਰੇ ਲਈ 3.2% ਮੇਰੀ ਆਬਾਦੀ ਹੈ ਤੇ ਮੈਨੂੰ 2 ਜਿਹੜੀਆਂ ਸੀਟਾਂ ਦਿੱਤੀਆਂ ਗਈਆਂ ਇਸ ਚੀਜ਼ ਦੇ ਉੱਤੇ ਵੀ ਮੇਰੀ ਡੋਮੀਨੇਸ਼ਨ ਜਿਹੜੀ ਹੈਗੀ ਹੈ ਉਹ ਘਟ ਜਾਏਗੀ ਤੇ ਮੇਰੇ ਸਮਾਜ ਨੂੰ ਵੱਧ ਸੀਟਾਂ ਦਿੱਤੀਆਂ ਜਾਣ। ਤੇ ਉੱਥੇ ਜਿਹੜਾ ਅਨਾਦੀ ਕ੍ਰਿਸ਼ਨਾ ਅਈਅਰ ਹੈ ਇਹ ਅਈਅਰ ਉਹਦਾ ਕੇਸ ਜਿਹੜਾ ਹੈ ਕੰਸਟੀਟਿਊਸ਼ਨ ਦੀ ਧਾਰਾ 29(2) ਦੇ ਤਹਿਤ ਉੱਥੇ ਜਾ ਕੇ ਪੁੱਟ ਕਰਦਾ ਹੈ। ਉਸ ਪੁੱਟ ਕਰਨ ਦੇ ਵੇਲੇ ਉਹ ਇਹ ਕੇਸ ਜਿਹੜਾ ਹੈ ਇਸ ਕਰਕੇ ਜਿੱਤ ਜਾਂਦਾ ਕਿਉਂਕਿ ਜਿਹੜੀ ਪ੍ਰੋਵੀਜ਼ਨ ਹੈ ਉਸ ਪ੍ਰੋਵੀਜ਼ਨ ਦੇ ਮੁਤਾਬਕ ਉਹਦੇ 'ਚ ਐਜੂਕੇਸ਼ਨ ਦੇ ਅੰਦਰ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਸੀ ਤੇ ਉਸ ਚੀਜ਼ ਨੂੰ ਲੈ ਕੇ ਉਹ ਸੁਪਰੀਮ ਕੋਰਟ 'ਚ ਵੀ ਇਸੇ ਤਰ੍ਹਾਂ ਜਿੱਤ ਜਾਂਦੇ ਆ। ਜਦੋਂ ਸੁਪਰੀਮ ਕੋਰਟ 'ਚ ਜਿੱਤ ਜਾਂਦੇ ਆ ਤੇ ਇਸ ਤੋਂ ਅਗਲੀ ਖਾਸ ਚੀਜ਼ ਇਹ ਆ ਵੀ ਉਸ ਵੇਲੇ ਸਰਕਾਰ ਜਿਹੜੀ ਆ ਚੁਣੀ ਹੋਈ ਨਹੀਂ ਹੈ। ਉਹਦੇ ਬਾਵਜੂਦ ਡਾਕਟਰ ਅੰਬੇਦਕਰ ਸਾਹਿਬ ਉਸ ਵੇਲੇ ਇਸ ਸਿਸਟਮ ਦੇ ਅੰਦਰ ਹੁੰਦੇ ਆ। ਉਹ ਇਸ ਚੀਜ਼ ਨੂੰ ਸਰਕਾਰੀ ਤੌਰ ਦੇ ਉੱਤੇ ਤੇ ਜਿਹੜੀ ਉਸੇ ਤਰ੍ਹਾਂ ਸਾਊਥ ਇੰਡੀਅਨ ਲਿਬਰੇਸ਼ਨ ਫੈਡਰੇਸ਼ਨ ਹੈਗੀ ਆ ਉਹ ਉੱਥੇ ਬਹੁਤ ਵੱਡੀ ਜ਼ਮੀਨੀ ਤੌਰ ਦੇ ਉੱਤੇ ਜੰਗ ਲੜਦੇ ਆ। ਲੜਨ ਤੋਂ ਬਾਅਦ ਉਹ ਕੇਸ ਅਜੇ ਸੁਪਰੀਮ ਕੋਰਟ 'ਚ ਚੱਲ ਰਿਹਾ ਹੁੰਦਾ ਤੇ ਜਿਹੜੀ ਇਹ ਮੈਂਬਰਸ ਹੈਗੇ ਆ ਇਹ ਲੋਕ ਸਰਕਾਰ ਨੂੰ ਬਕਾਇਦਾ ਆਪਣਾ ਇੱਕ ਡਰਾਫਟ ਤਿਆਰ ਕਰਕੇ ਦਿੰਦੇ ਆ। ਉਸ ਡਰਾਫਟ ਤਿਆਰ ਕਰਕੇ ਦੇਣ ਦੇ ਨਾਲ ਕੀ ਹੁੰਦਾ ਕਿ ਜਿੱਦਾਂ ਜਿਹੜੀ ਕੰਸਟੀਟਿਊਸ਼ਨ ਦੇ ਅੰਦਰ ਧਾਰਾ ਹੈਗੀ ਆ 16(4) ਨੌਕਰੀਆਂ ਵਾਸਤੇ, ਇਸੇ ਤਰ੍ਹਾਂ 15(4) ਜਿਹੜੀ ਧਾਰਾ ਹੈਗੀ ਆ ਉਹ ਪਹਿਲੀ ਕੰਸਟੀਟਿਊਸ਼ਨ ਅਮੈਂਡਮੈਂਟ 1951 ਦੇ ਵਿੱਚ ਸੁਪਰੀਮ ਕੋਰਟ ਦਾ ਉਹ ਕੇਸ ਸਰਕਾਰ ਦੇ ਖਿਲਾਫ ਹੋਣ ਤੋਂ ਬਾਅਦ ਦਰਜ ਕਰ ਦਿੱਤੀ ਜਾਂਦੀ ਆ ਜਿਹਦੇ 'ਚ ਕਿਹਾ ਜਾਂਦਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡਾ ਮੌਲਿਕ ਅਧਿਕਾਰ ਹੈ। ਹੁਣ ਜਦੋਂ ਉਹ ਚੀਜ਼ ਉੱਥੇ ਆ ਗਈ ਇਹ ਮੌਲਿਕ ਅਧਿਕਾਰ ਹੈ ਜਿਹਨੂੰ ਡਿਬੇਟ ਕਰਦੇ ਹੋਏ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਪਹਿਲੀ ਵਾਰੀ ਇਹ ਗੱਲ ਕਹਿ ਦਿੱਤਾ ਸੀ। ਕੀ ਗੱਲ ਕਹੀ ਸੀ? ਇਹਦੀ ਗੱਲ ਬਹੁਤ ਗੌਰ ਨਾਲ ਸੁਣਨ ਵਾਲੀ ਹੈ ਕਿ ਮੈਂ ਜਦੋਂ ਆਪਣੇ ਸਟੂਡੈਂਟਸ ਨੂੰ ਲਾਅ ਪੜ੍ਹਾਉਂਦਾ ਹੁੰਦਾ ਸੀ ਤੇ ਮੈਂ ਉਸ ਵੇਲੇ ਕੀ ਕਹਿੰਦਾ ਸੀਗਾ ਕਿ ਤੁਸੀਂ ਡਿਸੀਜ਼ਨ ਕਿਸੇ ਤਰ੍ਹਾਂ ਦਾ ਵੀ ਦੇ ਸਕਦੇ ਹੋ ਜੀ। ਜਿਹੜਾ ਡਿਸੀਜ਼ਨ ਹੈ ਕਿਸੇ ਵੀ ਜੱਜ ਦੁਆਰਾ ਦਿੱਤਾ ਗਿਆ ਮੈਨੂੰ ਮੰਨਣਾ ਮੇਰੀ ਡਿਊਟੀ ਹੈ ਪਰ ਉਹਨੂੰ ਐਕਸੈਪਟ ਕਰਨਾ ਜ਼ਰੂਰੀ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਡਿਸੀਜ਼ਨ ਸੀਗਾ ਇਹਨੂੰ ਮੰਨਿਆ ਗਿਆ, ਐਕਸੈਪਟ ਨਹੀਂ ਕੀਤਾ ਗਿਆ। ਸੋ ਉੱਥੋਂ ਚੱਲ ਕੇ ਪਹਿਲੇ ਸਮੇਂ ਤੋਂ ਹੀ ਇਹ ਮਾਨਸਿਕਤਾ ਇੱਦਾਂ ਦੀ ਡਿਵੈਲਪ ਕੀਤੀ ਗਈ ਕਿ ਇਹਨਾਂ ਲੋਕਾਂ ਨੂੰ ਜੋ ਮਿਲਿਆ ਹੈ
ਉਹ ਨਾ ਦਿੱਤਾ ਜਾਵੇ ਤੇ ਜਿਹੜੀ ਕਨਸਟੀਟਿਊਸ਼ਨ ਸੰਵਿਧਾਨ ਦੀ ਪ੍ਰੋਵੀਜ਼ਨ ਹੈ, ਸੰਵਿਧਾਨ ਦੀ ਜਿਹੜੀ ਬਣਾਉਣ ਵਾਲਿਆਂ ਨੇ, ਸੰਵਿਧਾਨ ਤਿਆਰ ਕਰਨ ਵਾਲਿਆਂ ਜਿਹੜੀ ਮਾਨਸਿਕਤਾ ਰੱਖੀ ਹੈ, ਉਹ ਰੱਖੀ ਹੈ ਕਿ ਲੋਕਾਂ ਨੂੰ ਚੱਕ ਕੇ ਉੱਪਰ ਬਰਾਬਰ ਲੈ ਕੇ ਆਉਣਾ। ਤੇ ਜਿਹੜੀ ਅਦਾਲਤਾਂ ਹੈਗੀਆਂ ਉਹਦੀ ਮਾਨਸਿਕਤਾ ਹੈਗੀ ਆ ਕਿ ਅਸੀਂ ਮੈਰਿਟ ਦੇ ਆਧਾਰ ਤੇ ਇਹਨੂੰ ਤੈਅ ਕਰਨਾ। ਮੈਰਿਟ ਕਿਹਨੂੰ ਕਹਿੰਦੇ ਆ ਕਿ ਦੋ ਭਲਵਾਨ, ਇੱਕ ਭਲਵਾਨ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰਕੇ ਅਖਾੜੇ 'ਚ ਆਉਂਦਾ ਆ ਤੇ ਇੱਕ ਭਲਵਾਨ ਜਿਹਨੂੰ 2 ਦਿਨ ਵੀ ਨਹੀਂ ਮਿਲੇ, ਲੰਬੇ ਸਮੇਂ ਤੋਂ ਬਿਮਾਰੀ ਤੋਂ ਉੱਠ ਕੇ ਆਇਆ, ਤੇ ਉਹਨਾਂ ਦੋਨਾਂ ਦੇ ਵਿਚਕਾਰ ਮੁਕਾਬਲਾ ਕਰਕੇ ਉਹਨੂੰ ਮੈਰਿਟ ਕਿਹਾ ਜਾਂਦਾ। ਹੁਣ ਤੁਸੀਂ ਦੱਸੋ ਵੀ ਇਹ ਜਿਹੜੀ ਮੈਰਿਟ ਦੀ ਆਧਾਰਤ ਹੈਗੀ ਆ, ਇਹ ਮੈਰਿਟ ਕਿੱਦਾਂ ਇੱਥੇ ਲਾਗੂ ਹੋ ਸਕਦੀ ਆ? ਸੋ ਇਸ ਕਰਕੇ ਬਾਰ-ਬਾਰ ਇਹ ਸਵਾਲ ਇੱਥੋਂ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਂਦੇ ਆ। ਤੇ ਇਸੇ ਪਿਸ਼ਟ ਭੂਮੀ ਦੇ ਵਿੱਚੋਂ ਨਿਕਲ ਕੇ ਇਹ ਜਿਹੜਾ ਉੱਤਰਾਖੰਡ ਵਾਲਾ ਕੇਸ ਹੈਗਾ, ਇਹ ਉੱਤਰਾਖੰਡ ਵਾਲਾ ਕੇਸ ਇਹ ਤੋਂ ਵੀ ਦਿਲਚਸਪ ਹੈ। ਉਹ ਦਿਲਚਸਪ ਕਿਉਂ ਹੈ ਕਿ 1994 ਦੇ ਵਿੱਚ ਇਹ ਯੂਪੀ ਗਵਰਨਮੈਂਟ, ਯੂਪੀ ਸਟੇਟ ਦਾ ਹਿੱਸਾ ਸੀ ਤੇ ਯੂਪੀ ਦੇ ਵਿੱਚ SC ST ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਜਿਹੜੀ ਹੈ ਉਹਨੂੰ ਲਾਗੂ ਕੀਤਾ ਗਿਆ ਸੀਗਾ। ਤੇ ਜਦੋਂ ਇਹ ਯੂਪੀ ਤੋਂ ਅਲੱਗ ਹੋ ਕੇ ਉੱਤਰਾਖੰਡ ਬਣਿਆ, ਜਿਹਨੂੰ ਉੱਤਰਾਂਚਲ ਵੀ ਕਿਹਾ ਜਾਂਦਾ, ਤੇ ਉਹਦੇ ਅੰਦਰ ਜਿਹੜੀ ਨਵੀਂ ਸਰਕਾਰ ਬਣੀ ਆ ਉਹਨੇ ਐਜ਼ ਇਟ ਇਜ਼ ਇਹਨੂੰ ਅਡਾਪਟ ਕਰ ਲਿਆ। ਅਡਾਪਟ ਕਰਨ ਤੋਂ ਬਾਅਦ ਉੱਥੇ ਇੱਕ ਨਵੀਂ ਪ੍ਰੋਵੀਜ਼ਨ ਕਰ ਦਿੱਤੀ। ਨਵੀਂ ਪ੍ਰੋਵੀਜ਼ਨ ਕੀ ਕਰਤੀ ਕਿ ਉੱਥੇ ਵਿਜੇ ਬਹੁਗੁਣਾ, ਕਾਂਗਰਸ ਦੀ ਸਰਕਾਰ ਹੈ, ਵਿਜੇ ਬਹੁਗੁਣਾ ਉਹਦਾ ਚੀਫ ਮਿਨਿਸਟਰ ਹੈ, ਤੇ ਉਸ ਕਾਂਗਰਸ ਦੀ ਸਰਕਾਰ ਨੇ, ਕੇਂਦਰ ਦੇ ਵਿੱਚ ਵੀ ਕਾਂਗਰਸੀ ਸਰਕਾਰ ਹੈ, ਉੱਥੇ ਸੂਬੇ 'ਚ ਵੀ ਕਾਂਗਰਸੀ ਸਰਕਾਰ ਹੈ, ਇਹਨੇ ਉਹ ਜਿਹੜਾ ਕਾਨੂੰਨ ਜਿਹੜੀ ਹੈ ਉਹਨੂੰ ਬਦਲ ਕੇ ਤੇ ਲੋਕਾਂ SC ST ਦੇ ਕੋਲੋਂ ਉਹਦਾ ਹੱਕ ਖੋਹ ਲਿਆ। ਹੁਣ ਖੋਹਣ ਤੋਂ ਬਾਅਦ ਜਿਹੜੀ ਨਵੀਂ ਲੋਕਾਂ ਦੀ ਪ੍ਰਮੋਸ਼ਨ ਕੀਤੀ ਗਈ, ਉਹਦੇ 'ਚ ਫਿਰ ਜਿਹੜਾ ਇਹ ਕੇਸ ਆ ਉਹ ਹਾਈ ਕੋਰਟ 'ਚ ਪਹੁੰਚਿਆ। ਜਦੋਂ ਹਾਈ ਕੋਰਟ 'ਚ ਪਹੁੰਚਿਆ ਤਾਂ 2012 ਦੇ ਵਿੱਚ ਉਸ ਵੇਲੇ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਜਗ੍ਹਾ ਉੱਥੇ BJP ਦੀ ਆ ਚੁੱਕੀ ਹੁੰਦੀ। ਹੁਣ ਹਾਈ ਕੋਰਟ ਨੇ ਜਿਹੜਾ ਫੈਸਲਾ ਆ ਉਹ SC ST ਦੇ ਫੇਵਰ 'ਚ ਦੇ ਦਿੱਤਾ। ਕਾਂਗਰਸ ਦੇ ਉਸ ਰੂਲ ਦੇ ਖਿਲਾਫ ਜਾ ਕੇ ਹਾਈ ਕੋਰਟ ਨੇ SC ST ਦੇ ਫੇਵਰ 'ਚ ਦੇ ਦਿੱਤਾ, ਕਿਉਂਕਿ ਉੱਥੇ ਇੱਕ ਪਹਿਲੀ ਗਲਤੀ ਕਾਂਗਰਸ ਨੇ ਕੀਤੀ ਸੀ ਸਾਡਾ ਹੱਕ ਖੋ ਕੇ, ਦੂਜਾ ਉੱਥੇ BJP ਦੀ ਸਰਕਾਰ ਆ ਚੁੱਕੀ ਸੀ ਤੇ BJP ਦੀ ਸਰਕਾਰ ਨੇ ਫਿਰ ਇਹਨੂੰ ਆਧਾਰ ਬਣਾ ਕੇ ਉਹ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ। ਅਲਟੀਮੇਟਲੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਦਲ ਕੇ ਤੇ ਉਹਦੇ 'ਚ ਇਕੱਲਾ ਬਦਲਿਆ ਨਹੀਂ, 2 ਪ੍ਰੋਵੀਜ਼ਨ ਹੋਰ ਕਰ ਦਿੱਤੀਆਂ। ਉਹ ਪ੍ਰੋਵੀਜ਼ਨ ਕਿਹੜੀਆਂ ਕੀਤੀਆਂ? ਇੱਕ ਪ੍ਰੋਵੀਜ਼ਨ ਹੈ ਵੀ ਇੱਕ ਤਾਂ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਉਹਨੂੰ ਮੰਨਿਆ ਜਾਵੇ ਵੀ SC ST ਨੂੰ ਪ੍ਰਮੋਸ਼ਨ ਦੇ ਵਿੱਚ ਰਿਜ਼ਰਵੇਸ਼ਨ ਨਾ ਦਿੱਤੀ ਜਾਵੇ, ਤੇ ਦੂਸਰਾ ਉਹਨੇ ਕੀ ਕਹਿਤਾ ਕਿ ਜੇ 16(4) ਦੇ ਤਹਿਤ ਤੇ ਆਰਟੀਕਲ 335 ਦੇ ਤਹਿਤ ਇਹ ਰਿਜ਼ਰਵੇਸ਼ਨ ਦੇਣੀ ਆ ਸਰਕਾਰ ਨੇ ਤੇ ਉਹ ਦੇ ਦੇਵੇ, ਪਰ ਉਹ ਦੇਣ ਤੋਂ ਬਾਅਦ ਵੀ ਉਹ ਜਿਹੜਾ ਆਰਡਰ ਪਾਸ ਕਰੇਗੀ ਉਹ ਕੋਰਟ ਦੇ ਵਿੱਚ ਚੈਲੰਜ ਹੋਣ ਯੋਗ ਹੋਏਗਾ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਦੇਸ਼ ਦੀ ਅਦਾਲਤ ਜਿਹੜੀ ਹੈ ਉਹ ਇਸ ਦੇਸ਼ ਦੇ ਜਿਹੜੇ 85% ਲੋਕ ਹੈ, ਜਿਹਦੇ ਵਿੱਚ SC ST OBC ਤੇ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ, ਉਹਨਾਂ ਦੇ ਕਿੱਡੇ ਵੱਡੇ ਖਿਲਾਫ ਦੇ ਅੰਦਰ ਜਾਂਦੀਆਂ ਕਿ 1% ਦੇ ਲਗਭਗ ਆ ਸਿਰਫ ਸਰਕਾਰੀ ਨੌਕਰੀਆਂ ਇਸ ਦੇਸ਼ ਦੇ ਅੰਦਰ, ਸਿਰਫ 1%, ਤੇ 99% ਸਾਰਾ ਸਿਸਟਮ ਜਿਹੜਾ ਉਹ ਪ੍ਰਾਈਵੇਟ ਪੂੰਜੀਵਾਦ ਦੇ ਹੱਥ ਦੇ ਵਿੱਚ ਆ, ਚਾਹੇ ਉਹ ਪ੍ਰਾਈਵੇਟ ਨੌਕਰੀਆਂ ਆ, ਚਾਹੇ ਉਹ ਪ੍ਰਾਈਵੇਟ ਲੋਕਾਂ ਦੀ ਜਿਹੜੀ ਪ੍ਰਾਪਰਟੀ ਆ, ਚਾਹੇ ਉਹ ਵੱਡਾ ਸਾਰਾ ਬਿਜ਼ਨਸ ਹੈ, ਚਾਹੇ ਉਹ ਵੱਡੀਆਂ ਇੰਡਸਟਰੀਆਂ ਆ, ਤੇ ਚਾਹੇ ਵੱਡੇ ਅਹੁਦੇ ਆ, ਉਹ ਸਾਰਾ ਕੁਝ ਉਹਨਾਂ ਦੇ ਕੋਲ ਹੋਣ ਦੇ ਬਾਵਜੂਦ ਇਹ ਪੋਲੀਟੀਕਲ ਲੋਕਾਂ ਤੋਂ ਬਾਅਦ ਜਿਹੜੀ ਆਮ ਪਬਲਿਕ ਤੋਂ ਬਾਅਦ ਜਿਹੜੀਆਂ ਇਹ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਣ ਵਾਲੀਆਂ, ਜਿਹਨੂੰ ਆਪਾਂ ਅਦਾਲਤਾਂ ਕਹਿੰਦੇ ਆ, ਜਿਨ੍ਹਾਂ ਨੇ ਇਹ ਆਮ ਨਾਗਰਿਕ ਦੇ ਹੱਕਾਂ ਦੀ ਰਾਖੀ ਕਰਨੀ ਆ ਤੇ ਇਸ ਸੰਵਿਧਾਨ ਦੇ ਮੁਤਾਬਕ ਕੰਮ ਕਰਨਾ, ਉਸ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਜਾਂਦੇ ਹੋਏ ਉੱਥੇ ਮੈਰਿਟ ਦੇ ਆਧਾਰ ਦੇ ਉੱਤੇ ਫੈਸਲੇ ਕਰਦੇ ਆ, ਤੇ ਉਸ ਮੈਰਿਟ ਦੇ ਆਧਾਰ ਤੇ ਫੈਸਲੇ ਕਰਦੇ ਹੋਏ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਹੈ ਉਹਨੂੰ ਆਪਣੀ ਮਰਜ਼ੀ ਦੇ ਨਾਲ, ਜਦੋਂ ਤਾਂ ਚੰਪਾ ਕਮ ਦੁਰਾਈ ਰਾਜਾ ਦਾ ਕੇਸ ਆਉਂਦਾ ਆ ਉੱਥੇ ਉਹਨੂੰ ਡਾਇਰੈਕਟਿਵ ਪ੍ਰਿੰਸੀਪਲ ਨੂੰ ਉੱਪਰ ਰੱਖਦੇ ਆ, ਤੇ ਜਦੋਂ SC ST ਦਾ ਕੇਸ ਆਉਂਦਾ ਆ ਤੇ ਉੱਥੇ ਡਾਇਰੈਕਟਿਵ ਪ੍ਰਿੰਸੀਪਲ ਨੂੰ ਥੱਲੇ ਰੱਖਦੇ ਆ। ਹੁਣ ਅੰਦਾਜ਼ਾ ਲਾ ਸਕਦੇ ਆ ਕਿ ਇਹ ਜਿਹੜੀਆਂ ਅਦਾਲਤਾਂ ਹੈਗੀਆਂ ਉਹ ਕਿਸ ਕਦਰ ਇੱਕ ਖਾਸ ਵਰਗ ਦੇ ਹੱਕ ਦੇ ਵਿੱਚ ਭੁਗਤਦੀਆਂ ਤੇ ਇੱਕ ਜਿਹੜਾ ਖਾਸ ਦੱਬਿਆ ਹੋਇਆ ਵਰਗ ਹੈ ਉਹਦੇ ਵਿਰੋਧ ਦੇ ਵਿੱਚ ਭੁਗਤਦੀਆਂ। ਰਾਏ ਸਾਹਿਬ ਇੱਥੇ ਇੱਕ ਸਵਾਲ ਜ਼ਰੂਰ ਹੈ ਵੀ ਇਹਦੇ ਵਿੱਚ ਮੂਲ ਰੂਪ ਦੋਸ਼ੀ ਕੌਣ ਹੈ?
ਜੇ ਆਪਾਂ ਦੇਖਿਆ ਜਾਵੇ। ਬਹੁਤ ਵਧੀਆ ਜੀ, ਬਹੁਤ ਵੱਡਾ ਸਵਾਲ ਹੈ ਜੀ ਤੁਹਾਡਾ, ਤੇ ਬਹੁਤ ਅੱਛਾ ਸਵਾਲ ਹੈ। ਅੱਜ ਦੇ ਸਮੇਂ ਦੇ ਅੰਦਰ ਇੱਕ ਪਾਸੇ ਸਮਾਜ ਦੀ ਵੰਡ ਹੋਈ ਪਈ ਆ, ਇਸ ਦੇਸ਼ ਦੇ ਸਮਾਜ ਦੀ ਵੰਡ ਹੋਈ ਪਈ ਆ, ਇੱਕ ਵਿਚਾਰਧਾਰਾ ਤੇ ਦੂਜੀ ਵਿਚਾਰਧਾਰਾ। ਇੱਕ ਵਿਚਾਰਧਾਰਾ ਦੇ ਲੋਕ ਜਿਹੜੇ ਰਿਪਰੈਜ਼ੈਂਟੇਟਿਵ ਹੈ, ਉਹ ਚਾਹੇ ਵਿਧਾਨ ਸਭਾਵਾਂ ਦੇ ਅੰਦਰ ਹੈ, ਚਾਹੇ ਸੰਸਦ ਦੇ ਅੰਦਰ ਹੈ, ਤੇ ਚਾਹੇ ਉਹਨਾਂ ਦੇ ਪ੍ਰਤੀਨਿਧ ਅਦਾਲਤਾਂ ਦੇ ਅੰਦਰ ਹੈ। ਕਿਉਂਕਿ ਅਦਾਲਤਾਂ ਦੇ ਵਿੱਚ ਜਿਹੜੀਆਂ ਹਾਈ ਕੋਰਟ ਤੇ ਸੁਪਰੀਮ ਕੋਰਟ ਹੈ, ਉੱਥੇ ਜਿਹੜੇ ਜੱਜ ਬਣਦੇ ਆ, ਉਹ ਜੱਜ ਇੱਕ ਕੋਲੀਜੀਅਮ ਸਿਸਟਮ ਦੇ ਥਰੂ ਬਣਦੇ ਆ। ਉਹ ਕੋਲੀਜੀਅਮ ਸਿਸਟਮ ਜਿਹੜਾ ਹੈਗਾ, ਉੱਥੇ ਕਿਸੇ ਦੀ ਕੋਈ ਇੰਟਰਵਿਊ ਨਹੀਂ ਲਈ ਜਾਂਦੀ, ਕੋਈ ਟੈਸਟ ਨਹੀਂ ਲਿਆ ਜਾਂਦਾ, ਕੋਈ ਕੁਛ ਨਹੀਂ ਦੇਖਿਆ ਜਾਂਦਾ। ਤੇ ਬਾਕੀ ਜਦੋਂ ਕਿ ਜਿੰਨੇ ਚਾਹੇ IAS ਹੈ, IPS ਹੈ, IFS ਹੈ, ਚਾਹੇ ਬਾਕੀ ਨੌਕਰੀਆਂ, ਸਾਰਿਆਂ ਦੇ ਵਿੱਚ ਮੈਰਿਟ ਦੇਖੀ ਜਾਂਦੀ ਹੈ। ਇਸ ਕਰਕੇ ਅਦਾਲਤਾਂ ਦੇ ਵਿੱਚ ਖਾਸ ਕਿਸਮ ਦੇ ਲੋਕਾਂ ਵੱਲੋਂ ਖਾਸ ਕਿਸਮ ਦੇ ਲੋਕਾਂ ਨੂੰ ਉੱਥੇ ਭੇਜਿਆ ਜਾਂਦਾ। ਉਹ ਆਪਣੀ ਉਸ ਖਾਸ ਕਿਸਮ ਦੀ ਮਾਨਸਿਕਤਾ ਦੇ ਮੁਤਾਬਕ ਫੈਸਲੇ ਕਰਦੇ ਆ। ਤੇ ਦੂਸਰੇ ਪਾਸੇ ਇੱਕ ਉਹ ਸਮਾਜ ਦੇ ਪ੍ਰਤੀਨਿਧ ਆ ਜਿਹੜੇ ਪ੍ਰਤੀਨਿਧ ਗੈਰ ਮੈਰਿਟਧਾਰੀ ਆ। ਉਹ ਗੈਰ ਮੈਰਿਟਧਾਰੀ ਕਿਹੜੇ ਆ? ਵੀ ਮੈਰਿਟ ਦੀ ਗੱਲ ਕਰਦੇ ਆ ਜਦੋਂ ਆਪਾਂ ਕਿਸੇ ਨੂੰ ਨੌਕਰੀ ਤੇ ਰੱਖਣਾ ਆ, ਤੇ ਜਦੋਂ ਪੋਲੀਟਿਕਸ ਦੇ ਵਿੱਚ ਰੱਖਣਾ ਤਾਂ ਉੱਥੇ ਗੈਰ ਮੈਰਿਟਧਾਰੀ ਆ। ਕਿੱਦਾਂ ਗੈਰ ਮੈਰਿਟਧਾਰੀ ਆ? ਆਪਾਂ ਦੇਖ ਸਕਦੇ ਹਾਂ ਕਿ ਸਾਡੇ ਸਮਾਜ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਵਿਧਾਨ ਸਭਾਵਾਂ ਤੇ ਸੰਸਦ ਦੇ ਅੰਦਰ ਭੇਜ ਦਿੱਤਾ ਗਿਆ ਜਿਹੜੇ ਲੋਕ ਕੱਛੇ ਸੀਣ ਦਾ ਕੰਮ ਕਰਦੇ ਸੀਗੇ, ਜਿਹੜੇ ਲੋਕ ਪੁੱਛਾਂ ਦੇਣ ਦਾ ਕੰਮ ਕਰਦੇ ਸੀਗੇ, ਜਿਹੜੇ ਲੋਕ ਪਲੰਬਰ ਦਾ ਕੰਮ ਕਰਦੇ ਕਰਦੇ ਇੱਥੇ ਤੱਕ ਪਹੁੰਚ ਚੁੱਕੇ ਆ। ਮਤਲਬ ਅਨਪੜ੍ਹ ਲੋਕਾਂ ਨੂੰ ਉੱਥੇ, ਹੁਣ ਜਦੋਂ ਅਨਪੜ੍ਹ ਲੋਕ ਇਸ ਸਮਾਜ ਦੀ ਪ੍ਰਤੀਨਿਧਤਾ ਕਰਨਗੇ, ਜਦੋਂ ਪ੍ਰਤੀਨਿਧਤਾ ਇੱਦਾਂ ਦੀ ਕਰਨਗੇ ਤੇ ਉਹ ਆਪ ਖੁਦ ਗੁਲਾਮ ਰਹਿਣਗੇ, ਤੇ ਇਹਨਾਂ ਗੁਲਾਮਾਂ ਦੀ ਪ੍ਰਤੀਨਿਧਤਾ ਕਰਕੇ ਉੱਥੇ ਇਹਨਾਂ ਦੇ ਹੱਕ ਦੇ ਵਿੱਚ ਕੋਈ ਆਵਾਜ਼ ਬੁਲੰਦ ਨਹੀਂ ਕਰਦੇ। ਉਸ ਆਵਾਜ਼ ਨਾ ਬੁਲੰਦ ਕਰਨ ਕਰਕੇ ਉਸ ਜਿਹੜੇ ਹਾਊਸ ਹੈ ਉਹਦੇ ਵਿੱਚ ਨਹੀਂ ਗੱਲ ਹੁੰਦੀ, ਤੇ ਹਾਊਸ ਤੋਂ ਬਾਹਰ ਆ ਕੇ ਸਮਾਜ ਦੇ ਵਿੱਚ ਨਹੀਂ ਗੱਲ ਹੁੰਦੀ। ਇੱਕ ਵੱਡਾ ਯੋਗਦਾਨ ਇਹ ਹੈ ਵੀ ਜਿਹਦੇ ਕਰਕੇ ਇਦਾਂ ਹੋ ਰਿਹਾ। ਤੇ ਦੂਸਰਾ, ਜਿਹੜੇ ਸਾਡੇ ਸਮਾਜ ਦੇ ਵਿੱਚੋਂ ਪੜ੍ਹ ਲਿਖ ਕੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਵੀ ਆ ਗਈ, ਨੌਕਰੀ ਕਰਕੇ ਜਾਂ ਆਪਣੇ ਕੰਮ ਧੰਦੇ ਕਰਕੇ ਘੱਟੋ ਘੱਟ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਤੋਂ ਅੱਗੇ ਜਾ ਚੁੱਕੇ ਆ, ਉਹਨਾਂ ਲੋਕਾਂ ਨੇ ਵੀ ਇਸ ਵਿਵਸਥਾ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰਕੇ ਅੱਜ ਇੱਕ ਉਹ ਸਮਾਜ ਆ ਜਿਹੜਾ ਖੁੱਲ੍ਹੇਆਮ ਇਸ ਰਿਜ਼ਰਵੇਸ਼ਨ ਦੇ ਵਿਰੋਧ 'ਚ ਭੁਗਤਦਾ ਆ। ਤੇ ਦੂਸਰੇ ਪਾਸੇ ਸਾਡੇ ਪ੍ਰਤੀਨਿਧ ਵੀ ਤੇ ਸਾਡੇ ਜਿਹੜੇ ਮਤਲਬ ਨੌਕਰੀ ਪੇਸ਼ਾ ਲੋਕ ਵੀ ਜਾਂ ਪੜ੍ਹੇ ਲਿਖੇ ਲੋਕ ਵੀ ਆ, ਉਹ ਇਹਦੇ 'ਤੇ ਆਪਣਾ ਪੱਖ ਰੱਖਣ 'ਚ ਫੇਲ ਹੋਏ ਆ। ਇਹ ਇੱਕ ਬਹੁਤ ਵੱਡਾ ਕਾਰਨ। ਇੱਕ ਰਾਏ ਸਾਹਿਬ, ਇਹ ਦੋ ਸਵਾਲ ਆ, ਪਰ ਉਹਨਾਂ ਦਾ ਜਵਾਬ ਮੈਨੂੰ ਲੱਗਦਾ ਇੱਕ ਹੀ ਹੋਣਾ ਚਾਹੀਦਾ ਆ ਜੀ ਵੀ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਜਾਣੀ ਚਾਹੀਦੀ ਆ। ਦੂਜਾ ਜੋ ਸਵਾਲ ਆ ਰਹੇ ਆ ਜੀ, ਤੇ ਦੂਜਾ ਇਹ ਆ ਵੀ ਜਿਹੜਾ ਕ੍ਰੀਮੀ ਲੇਅਰ ਹੈ ਇਹ ਲਗਾ ਦਿੱਤੀ ਜਾਣੀ ਚਾਹੀਦੀ ਆ SC ST OBC ਰਿਜ਼ਰਵੇਸ਼ਨ ਦੇ ਵਿੱਚ। ਮੈਂ ਤੁਹਾਡੀ ਇਹ ਰਾਏ ਜਾਣਨਾ ਚਾਹੁੰਦਾ ਸ਼ੋਰਟ ਨੋਟ ਦੇ ਵਿੱਚ ਵੀ ਕੀ ਪੋਲੀਟੀਕਲ ਰਿਜ਼ਰਵੇਸ਼ਨ ਜੇ ਖਤਮ ਕਰ ਦਿੱਤੀ ਜਾਵੇ ਕੀ ਪ੍ਰਭਾਵ ਪਏਗਾ? ਜੇ ਆਪਾਂ ਕ੍ਰੀਮੀ ਲੇਅਰ ਲਾ ਦਈਏ, ਮੰਨ ਲਓ ਸਰਕਾਰ ਲਾ ਦਿੰਦੀ ਹੈ, ਤਾਂ ਕੀ ਪ੍ਰਭਾਵ ਪਊਗਾ? ਪਹਿਲੀ ਗੱਲ, ਜਿੱਥੋਂ ਤੱਕ ਤਾਂ ਜਿਹੜੀ ਪੋਲੀਟੀਕਲ ਰਿਜ਼ਰਵੇਸ਼ਨ ਦੀ ਗੱਲ ਹੈ, ਪੋਲੀਟੀਕਲ ਰਿਜ਼ਰਵੇਸ਼ਨ ਜਦੋਂ ਆਰਟੀਕਲ 332 ਤੇ 334 ਜਿਹਦੇ ਤਹਿਤ ਰਿਜ਼ਰਵੇਸ਼ਨ ਮਿਲੀ ਹੈ, ਤੇ ਉਹਦੇ ਲਈ 335 ਦੇ ਤਹਿਤ ਇਹਨਾਂ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਜੀ। ਉਹ 330 32 ਤੇ 34 ਉਹਦੇ 'ਚ ਇਹਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਕਿ ਹਰ 10 ਸਾਲ ਬਾਅਦ ਇਹਦਾ ਰਿਵਿਊ ਕੀਤਾ ਜਾਏਗਾ। ਆਪਾਂ ਦੇਖ ਸਕਾਂਗੇ ਕਿ 1952 ਤੋਂ ਲੈ ਕੇ ਵਿਧਾਨ ਸਭਾਵਾਂ ਤੇ ਲੋਕ ਸਭਾ ਰਾਜ ਸਭਾ 'ਚ ਰਿਜ਼ਰਵੇਸ਼ਨ ਨਹੀਂ ਹੈ। ਇਹਨਾਂ ਜਿਹੜੇ ਦੋ ਤਰ੍ਹਾਂ ਦੇ ਹਾਊਸ ਹੈ, ਇਹਨਾਂ ਦੋ ਤਰ੍ਹਾਂ ਦੇ ਹਾਊਸ ਦੇ ਅੰਦਰ ਇੱਕ ਵੀ ਪੋਸਟ ਨਾ ਤਾਂ ਖਾਲੀ ਛੱਡੀ ਗਈ ਆ, ਤੇ ਨਾ ਹੀ ਉਹ ਕਿਸੇ ਗੈਰ ਸ਼ੈਡਿਊਲਡ ਕਾਸਟ ਸ਼ੈਡਿਊਲਡ ਟਰਾਈਬ ਤੋਂ ਭਰੀ ਗਈ ਆ। ਉੱਥੇ ਪੂਰੀ ਰਿਜ਼ਰਵੇਸ਼ਨ ਮਿਲਦੀ ਰਹੀ ਹੈ। ਤੇ ਉੱਥੇ ਦੀ ਹੀ ਮੈਂ ਗੱਲ ਕੀਤੀ ਹੈ ਕਿ ਉੱਥੇ ਸਾਡੇ ਜਿਹੜੇ ਪ੍ਰਤੀਨਿਧ ਇਹਨਾਂ ਲੋਕਾਂ ਨੇ ਉੱਥੇ ਚੁਣ ਕੇ ਲੈ ਕੇ ਗਏ ਆ, ਉਹ ਅਸਫਲ ਰਹੇ ਆ। ਅਸਫਲ ਕਿਉਂ ਰਹੇ ਆ? ਕਿਉਂਕਿ ਉਹ ਲੋਕ ਉਸ ਯੋਗ ਨਹੀਂ ਸੀਗੇ, ਉਹ ਆਪਣਾ ਉੱਥੇ ਜਿਹੜਾ ਉਹਨਾਂ ਨੂੰ ਕੰਮ ਕਰਨਾ ਬਣਦਾ ਸੀ ਉਹ ਨਹੀਂ ਕਰ ਸਕੇ। ਸੋ ਜਦੋਂ ਆਪਾਂ ਗੱਲ ਕਰਾਂਗੇ ਕਿ ਪੋਲੀਟੀਕਲ ਰਿਜ਼ਰਵੇਸ਼ਨ ਨਹੀਂ ਰਹਿਣੀ ਚਾਹੀਦੀ, ਤੇ ਅੱਜ ਤੱਕ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਕਿਸੇ ਵੀ ਲੋਕਾਂ ਨੇ ਇਹ ਜਿਹੜੀ ਪੋਲੀਟੀਕਲ ਰਿਜ਼ਰਵੇਸ਼ਨ ਹੈ, ਜਿਹੜੀ ਸਾਡੇ ਤੋਂ ਬਗੈਰ ਪੁੱਛੇ, ਸਾਡੇ ਬਗੈਰ ਕਹੇ ਉਹਨੂੰ ਹਰ 10 ਸਾਲ ਬਾਅਦ ਵਧਾ ਦਿੱਤਾ ਜਾਂਦਾ, ਉਹਨੂੰ ਹਟਾਉਣ ਦੀ ਗੱਲ ਨਹੀਂ ਕਰਦੇ। ਹਟਾਉਣ ਦੀ ਗੱਲ ਅੱਗੇ ਤੋਂ ਵੀ ਨਹੀਂ ਕਰਨਗੇ। ਕਿਉਂ ਨਹੀਂ ਕਰਨਗੇ? ਕਿਉਂਕਿ ਉਹਨਾਂ ਨੂੰ ਸਰਕਾਰ ਬਣਾਉਣ ਦੇ ਵਿੱਚ ਸਾਡੇ ਲੋਕ ਹੀ ਸਹਾਈ ਹੁੰਦੇ ਆ। ਜਿੱਥੋਂ ਤੱਕ ਆ ਗਈ ਕ੍ਰੀਮੀ ਲੇਅਰ ਦੀ ਗੱਲ, ਕ੍ਰੀਮੀ ਲੇਅਰ, ਜਦੋਂ ਆਪਾਂ ਕ੍ਰੀਮੀ ਲੇਅਰ ਨੂੰ ਜਦੋਂ ਆਪਾਂ ਦੂਜੇ ਸ਼ਬਦਾਂ 'ਚ ਦੇਖਦੇ ਹਾਂ, ਤੇ ਇਸ ਦੇਸ਼ ਦੇ ਅੰਦਰ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ, ਉਸ ਸਮੇਂ ਦੇ ਅੰਦਰ ਸਰਕਾਰੀ ਤੰਤਰ
ਜਿਹੜਾ ਸਰਕਾਰੀ ਮਹਿਕਮੇ ਆ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਜੀ ਡਿਸਬੰਡਲ ਕੀਤਾ ਜਾ ਰਿਹਾ ਫਰੈਂਚਾਈਜ਼ ਕੀਤਾ ਜਾ ਰਿਹਾ ਪੀਪੀਪੀ ਕੀਤਾ ਜਾ ਰਿਹਾ ਆਊਟਸੋਰਸ ਕੀਤਾ ਜਾ ਰਿਹਾ ਕੰਟਰੈਕਟ ਕੀਤਾ ਜਾ ਕਹਿਣ ਤੋਂ ਭਾਵ ਕਿ ਉਹਨਾਂ ਦਾ ਅਸਤਿਤਵ ਖਤਮ ਕੀਤਾ ਜਾ ਰਿਹਾ ਜਦੋਂ ਖਤਮ ਕੀਤਾ ਜਾ ਰਿਹਾ ਇਹਦਾ ਮਤਲਬ ਜਿਹੜਾ ਸਰਕਾਰੀ ਨੌਕਰੀਆਂ ਦੇ ਵਿੱਚ ਹੀ ਰਿਜ਼ਰਵੇਸ਼ਨ ਹੈ ਤੇ ਸਰਕਾਰੀ ਨੌਕਰੀਆਂ ਦੀ ਰਿਜ਼ਰਵੇਸ਼ਨ ਆਪਣੇ ਆਪ ਖਤਮ ਕਰ ਰਹੇ ਆ ਜਦੋਂ ਨੌਕਰੀਆਂ ਹੀ ਖਤਮ ਹੋ ਗਈਆਂ ਤੇ ਉਹਦੇ 'ਚ ਰਿਜ਼ਰਵੇਸ਼ਨ ਵੀ ਖਤਮ ਹੋ ਗਈ ਤੇ ਜਿੱਥੋਂ ਤੱਕ ਕਰੀਮੀ ਲੇਅਰ ਦਾ ਗੱਲ ਹੈ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਿੰਨੇ ਐਸੇ ਲੋਕ ਆ ਜਿਨ੍ਹਾਂ ਦੇ ਕੋਲ ਇੰਨੀ ਕੁ ਜ਼ਮੀਨ ਹੋ ਗਈ ਆ ਇੰਨੀਆਂ ਕੁ ਫੈਕਟਰੀਆਂ ਹੋ ਗਈਆਂ ਐਡਾ ਵੱਡਾ ਬਿਜ਼ਨਸ ਹੋ ਗਿਆ ਜਾਂ ਅੱਜ ਵੀ ਆਪਾਂ ਦੇਖਦੇ ਹਾਂ ਤੇ ਕਰੀਬ ਪੌਣੇ 500 ਜਿਹੜਾ ਸੈਕਟਰੀ ਐਡੀਸ਼ਨਲ ਸੈਕਟਰੀ ਤੇ ਜੁਆਇੰਟ ਸੈਕਟਰੀ ਲੈਵਲ ਦੀਆਂ ਪੋਸਟਾਂ ਭਾਰਤ ਪੱਧਰ ਤੇ ਜਿਨ੍ਹਾਂ ਨੇ ਸਾਰੇ ਦੇਸ਼ ਦੀ ਪੂਰੇ ਸਿਸਟਮ ਨੂੰ ਕੰਟਰੋਲ ਕਰਨਾ ਹੈ ਉਹਦੇ ਵਿੱਚ ਸਾਡੀ ਪ੍ਰਤੀਨਿਧਤਾ 15 ਤੇ 7 7.5 22 ਦੀ ਜਗ੍ਹਾ ਦੀ ਜਗ੍ਹਾ ਸਿਰਫ ਪੌਣੇ 9% ਆ ਸਿਰਫ ਪੌਣੇ 9% ਔਰ ਉਹਨਾਂ ਨੂੰ ਵੀ ਯੋਗ ਸਥਾਨਾਂ ਤੇ ਨਾ ਲਾ ਕੇ ਬਿਲਕੁਲ ਡੰਮੀ ਸਥਾਨਾਂ ਤੇ ਲਾਤਾ ਜਾਂਦਾ ਜਦੋਂ ਇਦਾਂ ਦੀ ਸਥਿਤੀ ਆ ਤੇ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਰੀਮੀ ਲੇਅਰ ਨਾਂ ਦੀ ਚੀਜ਼ ਹਜੇ ਤੱਕ ਕਰੀਮ ਹੀ ਨਹੀਂ ਬਣੀ ਤੇ ਕਰੀਮੀ ਲੇਅਰ ਇਹਨਾਂ ਤੇ ਕਿੱਦਾਂ ਲੱਗ ਸਕਦੀ ਆ ਜਦੋਂ ਕਰੀਮ ਹੀ ਨਹੀਂ ਬਣੀ ਤੇ ਕਰੀਮੀ ਲੇਅਰ ਦਾ ਸਵਾਲ ਪੈਦਾ ਨਹੀਂ ਹੁੰਦਾ ਹਾਂ ਜਿੱਥੋਂ ਤੱਕ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਆ ਇਹਦਾ ਸਾਨੂੰ ਸਿੱਧੇ ਤੌਰ ਤੇ ਹਜੇ ਤੱਕ ਫਾਇਦਾ ਨਹੀਂ ਹੋ ਸਕਿਆ ਰਾਦਰ ਇਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਕਿਉਂਕਿ ਇਹ ਜਿਹੜੇ ਸਾਡੇ ਵਿਰੋਧ ਦੇ ਵਿੱਚ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਪੋਲੀਟੀਕਲ ਪਾਰਟੀਆਂ ਦਾ ਹੱਥ ਟੋਕਾ ਬਣ ਕੇ ਉਹਨਾਂ ਦੀਆਂ ਸਰਕਾਰਾਂ ਬਣਾਉਂਦੇ ਆ ਉਹਨਾਂ ਦੀਆਂ ਸਰਕਾਰਾਂ ਨੂੰ ਚਲਦੀਆਂ ਰੱਖਦੇ ਆ ਉਹਨਾਂ ਦੇ ਏਜੰਡੇ ਨੂੰ ਲਾਗੂ ਕਰਦੇ ਆ ਇਸ ਕਰਕੇ ਸਮਾਜ ਦੇ ਅੰਦਰ ਇਹ ਖੁੱਲ੍ਹੇ ਤੌਰ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ ਕਿ ਇੱਦਾਂ ਦੇ ਪ੍ਰਤੀਨਿਧ ਸਾਨੂੰ ਚਾਹੀਦੇ ਆ ਜਾਂ ਨਹੀਂ ਚਾਹੀਦੇ ਤੇ ਰਾਏ ਸਾਹਿਬ ਇੱਥੇ ਮੈਂ ਤਾਂ ਨਾ ਇੱਕ ਆਖਰੀ ਸਵਾਲ ਜਿਹੜਾ ਆ ਪੁੱਛਣਾ ਚਾਹੁੰਦਾ ਬੜਾ ਜ਼ਰੂਰੀ ਔਰ ਢੁਕਵਾਂ ਸਵਾਲ ਆ ਮੈਂ ਆਖਰਕਾਰ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਦੀਆਂ ਪੁਰਾਣੀਆਂ ਅਸੀਂ ਵੀਡੀਓਜ਼ ਨੂੰ ਸੁਣਦੇ ਆ ਜਾਂ ਮੌਜੂਦਾ ਸਮੇਂ 'ਚ ਐਲ.ਆਰ. ਵਾਲੀ ਜੀ ਨੂੰ ਵੀ ਮਿਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਹਿੰਦਾ ਵੀ ਸਮੱਸਿਆਵਾਂ ਸਾਡੇ ਦੇਸ਼ ਵਿੱਚ ਬਹੁਤ ਆ ਸਾਡਾ ਸਮਾਜ ਜਿਹੜਾ ਸਮੱਸਿਆਵਾਂ ਨਾਲ ਘਿਰਿਆ ਹੋਇਆ ਆ ਤੇ ਗੱਲ ਤਾਂ ਹੱਲ ਤੇ ਆਉਂਦੀ ਆ ਹੱਲ ਕੀ ਹੈ ਹੱਲ ਬਹੁਤ ਅੱਛਾ ਜੀ ਆਪਾਂ ਇੱਕ ਬਾਬਾ ਸਾਹਿਬ ਦੁਆਰਾ ਲਿਖਿਆ ਗਿਆ ਇਸ ਦੇਸ਼ ਦਾ ਸੰਵਿਧਾਨ ਹੈ ਜੀ ਇਹ ਇੱਕ ਕਿਤਾਬ ਹੈ ਇਹ ਇੱਕ ਡਾਕੂਮੈਂਟ ਹੈ ਇਹ ਇੱਕ ਗ੍ਰੰਥ ਹੈ ਇਹ ਇੱਕ ਐਸਾ ਸਭ ਤੋਂ ਪਵਿੱਤਰ ਚੀਜ਼ ਹੈ ਕਿ ਜੇ ਇਹਨੂੰ ਹੀ ਪੜ੍ਹ ਕੇ ਅਦਾਲਤਾਂ ਸਾਡੇ ਖਿਲਾਫ ਫੈਸਲੇ ਦੇ ਰਹੀਆਂ ਇਹਨੂੰ ਹੀ ਪੜ੍ਹ ਕੇ ਤੇ ਉਹ ਜਿਹੜੇ ਪ੍ਰਤੀਨਿਧ ਆ ਉੱਥੇ ਸਾਡੀ ਗੱਲ ਸਾਡੇ ਖਿਲਾਫ ਕਰਦੇ ਆ ਇਹਨੂੰ ਹੀ ਪੜ੍ਹ ਕੇ ਤੇ ਇਹਦੇ ਵਿੱਚੋਂ ਛੋਟੇ ਸ਼ਬਦ ਚੱਕ ਕੇ ਉਹ ਆਪਣੇ ਹੱਕ ਦੇ ਵਿੱਚ ਭੁਗਤਾ ਕੇ ਤੇ ਸਾਡੇ ਖਿਲਾਫ ਜਾਂਦੇ ਆ ਜੇ ਅਸੀਂ ਇਸ ਸੰਵਿਧਾਨ ਨੂੰ ਜਿੰਨੀ ਸ਼ਿੱਦਤ ਦੇ ਨਾਲ ਅੱਜ ਤੁਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਆ ਜੇ ਕਿਤੇ ਸਾਡੇ ਸਮਾਜ ਦੇ ਪ੍ਰਤੀਨਿਧਾਂ ਨੇ ਤੇ ਸਾਡੇ ਸਮਾਜ ਦੇ ਪੜ੍ਹੇ ਲਿਖੇ ਵਰਗ ਨੇ ਇਸ ਗੱਲ ਨੂੰ ਪਹਿਲਾਂ ਸਮਝ ਲਿਆ ਹੁੰਦਾ ਤੇ ਆ ਸਥਿਤੀ ਨਾ ਆਉਂਦੀ ਤੇ ਅੱਜ ਵੀ ਜੇ ਅਸੀਂ ਇਸ ਸਥਿਤੀ ਨੂੰ ਬਦਲਣਾ ਆ ਤੇ ਇਸ ਸੰਵਿਧਾਨ ਨੂੰ ਪੜ੍ਹ ਕੇ ਇਹਦੇ ਮੁਤਾਬਕ ਆਪਣੇ ਹੱਕਾਂ ਹਕੂਕਾਂ ਦੀ ਰਾਖੀ ਕਰਨ ਵਾਸਤੇ ਸਾਨੂੰ ਖੁਦ ਫੋਰਫਰੰਟ ਤੇ ਆਉਣਾ ਪਏਗਾ ਸਾਨੂੰ ਖੁਦ ਇਹ ਝੰਡਾ ਬੁਲੰਦ ਕਰਨਾ ਪਏਗਾ ਜਿਹੜੀਆਂ ਅਸੀਂ ਘਰ ਪੋਲੀਟੀਕਲ ਪਾਰਟੀਆਂ ਬਣਾ ਰਹੇ ਹਾਂ ਬਜਾਏ ਇਹਦੇ ਸਾਨੂੰ ਇੱਕ ਫਰੰਟ ਦੇ ਉੱਤੇ ਇਕੱਠਾ ਹੋਣਾ ਪਏਗਾ ਸਾਨੂੰ ਛੋਟੀਆਂ ਜਿਹੜੀਆਂ ਇੱਕ ਦੂਜੇ ਦੀਆਂ ਊਣਤਾਈਆਂ ਆ ਉਹਨਾਂ ਨੂੰ ਛੱਡ ਕੇ ਆਪਣੇ ਸਮਾਜ ਨੂੰ ਇੱਕ ਮੁੱਠ ਕਰਕੇ ਤੇ ਵੱਡੀਆਂ ਸਾਡੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਆ ਉਹਦੇ ਵਿਰੁੱਧ ਲਾਮਬੰਦ ਹੋਣਾ ਪਏਗਾ ਜੇ ਅਸੀਂ ਇਹਦੇ ਚੋਂ ਅੱਗੇ ਨਿਕਲਣਾ ਜਾਂ ਇਹਦੇ ਚੋਂ ਬਚਾਅ ਆਪਣਾ ਕਰਨਾ ਜਾਂ ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਸੋ ਸਾਥੀਓ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਰਾਏ ਸਾਹਿਬ ਦਾ ਇੱਕ ਸਿੱਧਾ ਕਹਿਣਾ ਆ ਔਰ ਮੈਂ ਜਦੋਂ ਵੀ ਕਿਸੇ ਦੀ ਇੰਟਰਵਿਊ ਕਰਨ ਜਾਂਦਾ ਆ ਉੱਥੇ ਵੀ ਸਾਨੂੰ ਇਹੀ ਸਵਾਲਾਂ ਦੇ ਜਵਾਬ ਮਿਲਦੇ ਆ ਵੀ ਤੁਹਾਨੂੰ ਜਿਹੜਾ ਆ ਸੰਵਿਧਾਨ ਕਿਉਂਕਿ ਸੰਵਿਧਾਨ ਸਾਡਾ ਗ੍ਰੰਥ ਆ ਸੰਵਿਧਾਨ ਸਾਡਾ ਕੁਰਾਨ ਆ ਸੰਵਿਧਾਨ ਸਾਡੀ ਬਾਈਬਲ ਆ ਜਾਂ ਕਹਿ ਦਈਏ ਜੋ ਵੀ ਹੈ ਇਸ ਸੰਵਿਧਾਨ ਦੇ ਵਿੱਚ ਆ ਔਰ ਕਿਉਂਕਿ ਸੰਵਿਧਾਨ ਜਿਨ੍ਹਾਂ ਲੋਕਾਂ ਲਈ ਬਾਬਾ ਸਾਹਿਬ ਅੰਬੇਡਕਰ ਲਿਖ ਕੇ ਗਏ ਸੀਗੇ ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਲੋਕ ਸੰਵਿਧਾਨ ਨੂੰ ਪੜ੍ਹ ਨਹੀਂ ਰਹੇ ਔਰ ਉਹ ਵਰਗ ਜਿਸ ਤਰ੍ਹਾਂ ਕਿ ਰਾਏ ਸਾਹਿਬ ਨੇ ਜਿਸ ਵਰਗ ਦੀ ਗੱਲ ਕੀਤੀ ਆ ਉਹ ਵਰਗ ਜੋ ਕਿ ਸਾਡੇ ਤੇ ਡੋਮੀਨੇਟ ਹੋਇਆ ਆ ਜੋ ਸਾਡੇ ਉੱਤੇ ਰਾਜ ਕਰ ਰਿਹਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਬਹੁਜਨ ਸਮਾਜ ਨੂੰ ਉਹ ਜਿਹੜਾ ਸਮਾਜ ਆ ਉਹ ਸੰਵਿਧਾਨ ਨੂੰ ਪੜ੍ਹ ਕੇ ਔਰ ਸਾਡੇ ਸਮਾਜ ਦੇ ਵਿਰੁੱਧ ਬਹੁਜਨ ਸਮਾਜ ਦੇ ਵਿਰੁੱਧ ਫੈਸਲੇ ਕਰ ਪਾ ਰਿਹਾ ਆ ਸੋ ਰਾਏ ਸਾਹਿਬ
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ, ਔਰ ਉਮੀਦ ਹੈ ਕਿ ਲੋਕਾਂ ਨੂੰ ਜਿਹੜੇ ਲੋਕ ਸੁਣ ਰਹੇ ਆ ਉਹ ਤੁਹਾਡੀਆਂ ਗੱਲਾਂ ਦੇ 'ਤੇ ਅਮਲ ਵੀ ਕਰਨਗੇ। ਔਰ ਸਾਨੂੰ ਇਹ ਵੀ ਉਮੀਦ ਆ, ਦਿਲੋਂ ਇਹ ਉਮੀਦ ਆ ਕਿ ਤੁਸੀਂ ਜਿਸ ਕੰਮ ਨੂੰ ਲੱਗੇ ਹੋਏ ਆ ਪੂਰੀ ਤਨਦੇਹੀ ਔਰ ਸ਼ਿੱਦਤ ਦੇ ਨਾਲ ਲੱਗੇ ਰਹੋਗੇ। ਸੋ ਨਵਦੀਪ ਜੀ ਬਹੁਤ ਵਧੀਆ। ਮੈਂ ਅੰਤ ਦੇ ਵਿੱਚ 2 ਲਾਈਨਾਂ 'ਚ ਇਸ ਨੂੰ ਕਨਕਲੂਡ ਕਰਨਾ ਚਾਹਾਂਗਾ ਕਿ ਜਿਹੜਾ ਉੱਤਰਾਖੰਡ ਕੇਸ ਦੇ ਵਿੱਚ ਸੁਪਰੀਮ ਕੋਰਟ ਦਾ ਨਵਾਂ ਫੈਸਲਾ ਆਇਆ, ਉਹਦੇ ਵਿੱਚ ਉਹਨੇ ਜਿਹੜੀ ਲਾਈਨ ਕਹੀ ਆ ਵੀ ਜੇ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰ ਦੇਣਾ ਚਾਹੁੰਦੀ ਹੈ ਸ਼ਡਿਊਲਡ ਕਾਸਟ ਸ਼ਡਿਊਲਡ ਟਰਾਈਬ ਨੂੰ, ਉਹ ਉੱਥੇ ਆਪਣਾ ਬਣਾ ਸਕਦੀ ਹੈ, ਪਰ ਉਹ ਕੋਰਟ ਦੇ ਵਿੱਚ ਫਿਰ ਚੈਲੰਜ ਹੋਣ ਵਾਲਾ ਹੋਏਗਾ। ਹੁਣ ਜਦੋਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਤੇ ਅਦਾਲਤ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਤੁਹਾਡੀ ਸਰਕਾਰ ਨਹੀਂ ਹੋਏਗੀ, ਤੁਹਾਡੀ ਸਰਕਾਰ ਕੋਲੇਜੀਅਮ ਜਾਂ ਨਵੇਂ ਸਿਸਟਮ ਦੇ ਮਾਧਿਅਮ ਤੋਂ ਉਹ ਜੱਜ ਉੱਥੇ ਅਪਾਇੰਟ ਨਹੀਂ ਕਰੇਗੀ ਤੇ ਤੁਹਾਡੇ ਹੱਕ ਜਿਹੜੇ ਆ ਉਹ ਸੁਰੱਖਿਅਤ ਨਹੀਂ ਹੋਣਗੇ। ਇਸ ਕਰਕੇ ਤੁਹਾਡੇ ਕੋਲ ਇੱਕੋ ਇੱਕ ਤੇ ਆਖਰੀ ਹੱਲ ਬਚਿਆ ਹੋਇਆ ਕਿ ਜਦੋਂ ਤੱਕ ਤੁਸੀਂ ਆਪਣੀ ਸਰਕਾਰ ਨਹੀਂ ਬਣਾਉਂਦੇ ਉਦੋਂ ਤੱਕ ਇਹਦਾ ਹੱਲ ਨਹੀਂ ਹੋ ਸਕਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਜੈ ਭੀਮ, ਬਹੁਤ ਬਹੁਤ ਸ਼ੁਕਰੀਆ ਜੀ।